ਕੌਡੀ ਸਭ ਤੋਂ ਪੁਰਾਤਨ ਕਹਿ ਲਈਏ ਮੂਲ ਇਕਾਈ ਸੀ ਇਹ ਵਪਾਰ ਦੀ ਕਿਸੇ ਵੇਲੇ ਬਹੁਤ ਪੁਰਾਤਨ ਸਮੇਂ ਦੇ ਵਿੱਚ। ਇਹ ਕੌਡੀਆਂ ਵੀ ਇਸ ਨੌਜਵਾਨ ਨੇ ਜਿਹੜੀਆਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਨੇ। ਬੱਚਿਆਂ ਦੀ ਖੁਸ਼ੀ ਦਾ ਕਾਰਨ ਇਹ ਰੁਪਈਆ ਰਿਹਾ। ਇਹ 1 ਰੁਪਈਆ ਭਾਰਤ ਦੀ ਕਰੰਸੀ ਹੈ ਪੁਰਾਣੀ। ਇਹ 50 ਦਾ ਨੋਟ ਤੁਸੀਂ ਵੇਖ ਸਕਦੇ ਹੋ। ਹਾਲਾਂਕਿ 50 ਦੇ ਨੋਟ ਦਾ ਹੁਣ ਰੰਗ ਵੀ ਬਦਲ ਗਿਆ ਤੇ ਸਾਈਜ਼ ਵੀ ਬਦਲ ਗਿਆ। ਨਵੀਂ ਕਰੰਸੀ ਜਿਹੜੀ ਆ ਰਹੀ ਹੈ ਉਹ ਬਹੁਤ ਛੋਟੇ ਸਾਈਜ਼ 'ਚ ਭਾਰਤ ਦੀ ਆ ਰਹੀ ਹੈ। ਉਹ $10 ਮਿਲੀਅਨ ਦਾ ਨੋਟ ਹੈ ਸਭ ਤੋਂ ਉੱਪਰ। ਉਸ ਤੋਂ ਹੇਠਾਂ ਆ ਜਾਓ $50 ਮਿਲੀਅਨ ਤੇ ਇਹ $200 ਮਿਲੀਅਨ ਦਾ ਨੋਟ। ਤੁਸੀਂ ਸ਼ਾਇਦ ਜ਼ਿੰਦਗੀ 'ਚ ਇਹ ਨੋਟ ਪਹਿਲੀ ਵਾਰੀ ਦੇਖ ਰਹੇ ਹੋਵੋਗੇ ਕਿ ਇੰਨੀ ਅਮਾਊਂਟ ਦੇ ਵੀ ਨੋਟ ਹੁੰਦੇ ਨੇ। ਜ਼ਿੰਬਾਬਵੇ ਦੀ ਕਰੰਸੀ ਸੀ। ਇਹ ਈਸਟਰ ਆਈਸਲੈਂਡ ਹੈ। ਕਿੰਨੀ ਸੋਹਣੀ ਤਸਵੀਰ ਜਿਹੜੀ ਹੈ 500 ਰੋਂਗੋ। ਇੱਥੇ ਕਰੰਸੀ ਜਿਹੜੀ ਹੈ ਰੋਂਗੋ ਚੱਲਦੀ ਹੈ। ਕਿੰਨਾ ਸਮਾਂ ਲੱਗਿਆ ਤੁਹਾਨੂੰ ਇਹ ਸਾਰਾ ਕੁਝ ਇੰਨਾ ਵੱਡਾ ਅਨਮੋਲ ਖਜ਼ਾਨਾ ਜਿਹੜਾ ਉਹ ਤਿਆਰ ਕਰਨ ਵਾਸਤੇ? ਮੈਂ ਜੀ 16 ਸਾਲ ਤੋਂ ਇਕੱਠੇ ਕਰ ਰਿਹਾ। ਮੇਰੇ ਕੋਲ 235 ਦੇਸ਼ਾਂ ਦੇ ਨੋਟ ਹੈ ਜੀ ਤੇ ਉਸ ਤੋਂ ਇਲਾਵਾ 235 ਦੇਸ਼ਾਂ ਦੀ ਕਰੰਸੀ ਨੋਟ ਹੈ ਤੇ ਉਸ ਤੋਂ ਇਲਾਵਾ ਸਿੱਕੇ ਵੀ ਬਾਹਰਲੇ ਤੇ ਪੁਰਾਣੇ ਕਾਫੀ। ਇੰਡੀਅਨ ਕਰੰਸੀ ਵੀ ਕਾਫੀ ਆਪਣੇ ਕੋਲ ਪੁਰਾਣੀ। ਕਿਉਂ ਜਿਹੜੇ ਬੰਦ ਹੋਣ ਵਾਲੇ ਨੋਟ ਨੇ ਜੇ ਤਾਂ ਉਹ ਤੁਰੰਤ ਹੀ ਲੈ ਲਏ ਤਾਂ ਬੜੇ ਸਸਤੇ ਮਿਲ ਜਾਂਦੇ ਨੇ। ਜੇ ਜਿੰਨਾ ਲੇਟ ਲਵਾਂਗੇ ਤਾਂ ਉਹਨੇ ਮਹਿੰਗੇ ਮਿਲਦੇ। ਬਾਅਦ 'ਚੋਂ ਕੋਸਟਲੀ ਹੋ ਜਾਂਦੇ ਕਿਉਂਕਿ ਜਿਵੇਂ ਆਪਣੀ ਨੋਟਬੰਦੀ ਦੀ ਗੱਲ ਲਾ ਲਓ। ਹੁਣ ਆਪਣੇ ਕੋਲੇ ਜਿਹੜੇ ਆਪਣੇ 1500 ਵਾਲੇ ਮੇਰੇ ਕੋਲ 786 ਨੰਬਰ ਵਾਲੇ ਕਾਫੀ ਨੋਟ ਸੀ। 1.5 ਲੱਖ ਦੇ ਕਰੀਬ ਨੂੰ ਐਕਸਚੇਂਜ ਕਰਵਾਉਣਾ ਪਿਆ ਨੋਟਬੰਦੀ 'ਚ। ਤੇ ਮੇਰਾ ਦਿਲ ਤਾਂ ਨਹੀਂ ਕਰਦਾ ਸੀਗਾ ਕਰਵਾਉਣ ਨੂੰ, ਤਾਂ ਮੇਰੀ ਮਜਬੂਰੀ ਸੀਗੀ, ਨਹੀਂ ਤਾਂ ਵੇਸਟ ਹੋ ਜਾਂਦੇ ਸਾਰਾ ਪੈਸਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਅੱਜ ਤੁਹਾਨੂੰ ਬਠਿੰਡਾ ਦੇ ਵਿੱਚ ਮੌਜੂਦ ਪੈਸਿਆਂ ਦਾ ਜਾਂ ਕਹਿ ਲਈਏ ਨੋਟਾਂ ਦਾ ਇੱਕ ਅਜਿਹਾ ਖਜ਼ਾਨਾ ਵਿਖਾਉਂਦੇ ਹਾਂ ਜਿਸ ਨੂੰ ਵੇਖ ਕੇ ਤੁਹਾਡੀਆਂ ਅੱਖਾਂ ਚੰਧਿਆ ਜਾਣਗੀਆਂ। ਉਂਝ ਤਾਂ ਪੈਸੇ ਨੂੰ ਦੇਖ ਕੇ ਇਨਸਾਨ ਦੀ ਫਿਤਰਤ ਹੈ ਕਿ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਨੇ, ਪਰ ਜਿਸ ਖਜ਼ਾਨੇ ਦੇ ਵਿੱਚ ਅਸੀਂ ਖੜੇ ਹੋਏ ਹਾਂ ਇਸ ਦੇ ਨਾਲ ਤੁਹਾਡੇ ਗਿਆਨ ਵਿੱਚ ਵੀ ਬਹੁਤ ਵਾਧਾ ਹੋਣ ਵਾਲਾ ਹੈ, ਕਿਉਂਕਿ ਇਹ ਬਠਿੰਡਾ ਦੇ ਇੱਕ ਨੌਜਵਾਨ ਕਮਲ ਵਧਵਾ ਨੇ ਸਾਰਾ ਖਜ਼ਾਨਾ ਜੋੜਿਆ। ਬੜੀ ਮਿਹਨਤ ਦੇ ਨਾਲ, ਸਾਲਾਂ ਬੱਧੀ ਮਿਹਨਤ ਲੱਗੀ ਹੈ। ਇਹ ਦੇਖ ਸਕਦੇ ਹੋ ਤੁਸੀਂ, ਸਿੱਕਿਆਂ ਤੋਂ ਲੈ ਕੇ, ਪੁਰਾਤਨ ਸਿੱਕਿਆਂ ਤੋਂ ਲੈ ਕੇ ਕਰੰਸੀ ਨੋਟ, ਹਰ ਤਰ੍ਹਾਂ ਦੇ ਕਰੰਸੀ ਨੋਟ, ਐਵਨ ਕਿ ਦੇਸ਼ ਵਿਦੇਸ਼ ਦੀ ਕਰੰਸੀ ਜਿਹੜੀ ਹੈ 200 ਤੋਂ ਵੱਧ ਦੇਸ਼ਾਂ ਦੀ ਕਰੰਸੀ, ਜਿਹੜੇ ਪੁਰਾਤਨ ਸਿੱਕੇ ਤੇ 200 ਤੋਂ ਵੱਧ ਦੇਸ਼ਾਂ ਦੀ ਕਰੰਸੀ ਜਿਹੜੀ ਹੈ ਉਹ ਤੁਸੀਂ ਵੇਖੋਗੇ। ਤੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਕੱਲੀ ਚੀਜ਼ ਤੋਂ ਜਾਣੂ ਕਰਾਵਾਂਗੇ ਔਰ ਕਿਵੇਂ ਇਹ ਕਰੰਸੀ, ਕਿਵੇਂ ਇਹ ਪੈਸੇ ਜਿਹੜੇ ਨੇ ਉਹ ਇਕੱਠੇ ਕੀਤੇ ਗਏ ਨੇ। ਕਮਲ ਵਧਵਾ ਤੋਂ ਆਪਾਂ ਸੁਣਾਂਗੇ ਤੇ ਨਾਲ ਹੀ ਤੁਹਾਨੂੰ ਇਕੱਲੀ ਚੀਜ਼ ਬਾਰੇ ਵਿਖਾਵਾਂਗੇ ਕਿਸ ਤਰ੍ਹਾਂ ਇੱਕ ਅਨਮੋਲ ਖਜ਼ਾਨਾ ਬਠਿੰਡਾ ਦੇ ਇਸ ਨੌਜਵਾਨ ਨੇ ਜੋੜ ਕੇ ਆਪਣੇ ਘਰ ਦੇ ਵਿੱਚ ਇੱਕ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਿਊਜ਼ੀਅਮ ਬਣਾ ਰੱਖਿਆ ਹੈ, ਇੱਕ ਅਜਾਇਬ ਘਰ ਬਣਾ ਰੱਖਿਆ ਹੈ। ਤਸਵੀਰਾਂ ਵਿੱਚ ਸਾਫ਼ ਬਿਆਨ ਕਰਦੇ ਕਿ ਇਸ ਕਮਰੇ ਨੂੰ ਇਸ ਨੌਜਵਾਨ ਨੇ ਇੱਕ ਮਿਊਜ਼ੀਅਮ ਦਾ ਰੂਪ ਦੇ ਰੱਖਿਆ ਹੈ। ਸਿਰਫ ਇਹੀ ਨਹੀਂ, ਸ਼ੌਕ ਹੋਰ ਵੀ ਨੇ ਜਿਹੜੇ ਅਸੀਂ ਜ਼ਿਕਰ ਕਰਾਂਗੇ, ਜਿੱਦਾਂ ਇਹ ਪਾਰਕਿੰਗ ਟਿਕਟਾਂ ਜਿਹੜੀਆਂ ਇੱਕੋ ਨੰਬਰ ਦੀਆਂ ਇਕੱਠੀਆਂ ਕਰਨਾ। ਇਸ ਤੋਂ ਇਲਾਵਾ ਜਿਹੜੇ ਕਹਿ ਲਈਏ ਕਿ ਡਾਕ ਟਿਕਟਾਂ ਦਾ ਖਜ਼ਾਨਾ ਬਣਾਉਣਾ ਤੇ ਹੋਰ ਕਈ ਸ਼ੌਕ ਜਿਹੜੇ ਨੇ ਉਹ ਵੀ ਇਹਦੇ ਨਾਲ ਜੁੜੇ ਹੋਏ ਨੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ 200 ਤੋਂ ਵੱਧ ਦੇਸ਼ਾਂ ਦੀ ਕਰੰਸੀ ਜਿਹੜੀ ਹੈ ਉਹ ਇਸ ਕਮਰੇ ਦੇ ਵਿੱਚ ਇਕੱਠੀ ਕੀਤੀ ਹੋਈ ਹੈ। ਇਕੱਲਾ ਨੋਟ ਤੁਹਾਨੂੰ ਵਿਖਾ ਰਹੇ ਹਾਂ, ਇਹ ਵੀ ਵਿਖਾਵਾਂਗੇ ਤੇ ਨਾਲ ਹੀ ਪੁਰਾਤਨ ਤੋਂ ਪੁਰਾਤਨ ਸਿੱਕੇ ਤੁਸੀਂ ਵੇਖ ਸਕਦੇ ਹੋ। ਤੇ ਕਮਲ ਵਧਵਾ ਦੀ ਇਹ ਜਿਹੜੀ ਮਿਹਨਤ ਹੈ ਸਾਰੀ, ਜੋ ਸਾਲਾਂ ਬੱਧੀ ਮਿਹਨਤ ਕਮਲ ਵਧਵਾ ਦੀ ਲੱਗੀ ਹੈ ਔਰ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਤੁਹਾਨੂੰ ਨਾ ਇਕੱਲੀ ਚੀਜ਼ ਦੀ ਜਾਣਕਾਰੀ ਦੇ ਦਈਏ, ਕਿਉਂਕਿ ਇੱਕ ਚੀਜ਼ ਮੈਂ ਦੱਸ ਦੇਵਾਂ ਕਿ ਸਭ ਨੂੰ ਪਤਾ ਹੈ ਕਿ ਜਿਹੜੀ ਪੁਰਾਤਨ ਸਮੇਂ ਦੇ ਵਿੱਚ ਆਪਸੀ ਲੈਣ ਦੇਣ ਹੁੰਦਾ ਸੀ ਉਹ ਮਨੁੱਖ ਦੇ ਵਿੱਚ ਸ਼ੁਰੂ ਹੋਇਆ ਸੀ ਚੀਜ਼ਾਂ ਦੇ ਆਦਾਨ ਪ੍ਰਦਾਨ ਦੇ ਨਾਲ। ਇੱਕ ਚੀਜ਼ ਲੈ ਲਈ, ਉਸ ਦੇ ਵੱਟੇ ਦੂਜੀ ਚੀਜ਼ ਦੇ ਦਿੱਤੀ। ਇਸੇ ਤਰ੍ਹਾਂ ਹੀ ਕਿਸੇ ਤੋਂ ਦੂਸਰੀ ਚੀਜ਼ ਦੀ ਲੋੜ ਹੈ ਤਾਂ ਉਸ ਦੇ ਬਦਲੇ ਆਪਣੇ ਕੋਲੋਂ ਕੋਈ ਹੋਰ ਚੀਜ਼ ਦੇ ਦਿੱਤੀ। ਹੌਲੀ ਜਿਹੜਾ ਉਹ ਇੱਕ ਤਰ੍ਹਾਂ ਨਾਲ ਸਿੱਕਾ ਸ਼ੁਰੂ ਹੋਇਆ ਤੇ ਕੌਡੀਆਂ ਦਾ ਵਪਾਰ ਸ਼ੁਰੂ ਹੋਇਆ। ਫਿਰ ਸਿੱਕੇ, ਡਬਲੀ ਪੈਸੇ, ਜੇ ਉਹ ਹੋਰ ਅੱਗੇ ਦੀ ਅੱਗੇ ਸ਼ੁਰੂ ਹੋਇਆ ਤਾਂ ਨੋਟਾਂ ਤੱਕ ਅੱਜ ਦੁਨੀਆ ਪਹੁੰਚੀ ਹੈ। ਅੱਜ ਪਲਾਸਟਿਕ ਨੋਟ ਹੈ, ਇਵਨ ਕਿ ਡਿਜੀਟਲ ਕਰੰਸੀ ਵੀ ਜਲਦੀ ਹੀ ਇੰਡੀਆ 'ਚ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਹੈ ਨਾ। ਤੇ ਪਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਭਾਰਤ ਦੇ ਵਿੱਚ ਹੀ। ਪਹਿਲਾਂ ਪੁਰਾਤਨ ਸਿੱਕਿਆਂ ਤੋਂ ਸ਼ੁਰੂ ਕਰ ਲੈਂਦੇ ਹਾਂ। ਮੈਂ ਮੇਰੇ ਸਹਿਯੋਗੀ ਪ੍ਰਦੀਪ ਨੂੰ ਕਹੂੰਗਾ ਦਿਖਾਵੇ। ਇਹ ਪੁਰਾਤਨ ਸਿੱਕੇ ਨੇ। ਇੱਥੋਂ ਭਾਰਤ ਦੇ ਵਿੱਚ ਜਦੋਂ ਚੀਜ਼ਾਂ ਤੋਂ ਬਾਅਦ ਇੱਕ ਸਿੱਕਿਆਂ ਦੀ ਜਿਹੜੀ ਕਹਿ ਲਈਏ ਟਕਸਾਲ ਇੱਕ ਤਰ੍ਹਾਂ ਦੀ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਇਹ ਕੌਡੀਆਂ ਦਾ ਵਪਾਰ ਹੁੰਦਾ ਸੀ। ਕੌਡੀ ਸਭ ਤੋਂ ਪੁਰਾਤਨ ਕਹਿ ਲਈਏ ਮੂਲ ਇਕਾਈ ਸੀ ਇਹ ਵਪਾਰ ਦੀ ਕਿਸੇ ਵੇਲੇ ਬਹੁਤ ਪੁਰਾਤਨ ਸਮੇਂ ਦੇ ਵਿੱਚ। ਇਹ ਕੌਡੀਆਂ ਵੀ ਇਸ ਨੌਜਵਾਨ ਨੇ ਜਿਹੜੀਆਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਨੇ। ਔਰ ਇਸ ਤੋਂ ਬਾਅਦ ਸ਼ੁਰੂ ਹੁੰਦਾ ਇਹ ਚਾਂਦੀ ਦੇ ਸਿੱਕੇ ਨੇ। ਆਹ ਤੁਸੀਂ ਵੇਖ ਸਕਦੇ ਹੋ ਚਾਂਦੀ ਦਾ ਸਿੱਕਾ
ਤੇ ਆ ਬਹੁਤ ਸਾਰੇ ਸਿੱਕੇ ਜਿਹੜੇ ਨੇ ਇਹ ਸਾਰੇ ਚਾਂਦੀ ਦੇ ਨੇ, ਨਿੱਕੇ ਨਿੱਕੇ ਸਿੱਕੇ ਨੇ ਜਿਹੜੇ, ਇਹਨਾਂ ਨਾਲ ਵਪਾਰ ਹੁੰਦਾ ਸੀ ਤੇ ਬੜੀ ਕੀਮਤ ਸੀ ਇਹਨਾਂ ਸਿੱਕਿਆਂ ਦੀ ਉਸ ਵੇਲੇ। ਔਰ ਉਸ ਤੋਂ ਬਾਅਦ ਜਦੋਂ ਇਹ ਚਾਂਦੀ ਦੇ ਆ ਸੋਨੇ ਦਾ ਸਿੱਕਾ ਵੀ ਇੱਕ ਪਿਆ ਤੇ ਇਹਨਾਂ ਸਿੱਕਿਆਂ ਤੋਂ ਬਾਅਦ ਸੋਨੇ ਚਾਂਦੀ ਦੇ ਸਿੱਕਿਆਂ ਤੋਂ ਬਾਅਦ ਵਪਾਰ ਸ਼ੁਰੂ ਹੋਇਆ ਇਸ ਤਰ੍ਹਾਂ ਦੇ ਸਿੱਕਿਆਂ ਨਾਲ। ਤਾਂਬੇ ਦੇ ਸਿੱਕੇ ਸ਼ੁਰੂ ਹੋਏ, ਡਬਲੀ ਪੈਸੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ। ਇਹਨਾਂ ਦੇ ਉੱਪਰ ਦੇਖੋ ਕੁਝ ਲਿਖਿਆ ਵੀ ਹੋਇਆ ਤੇ ਉਹਦਾ ਗਲੀ ਵਾਲਾ ਪੈਸਾ ਇਹਨੂੰ ਕਹਿ ਦਿੱਤਾ ਜਾਂਦਾ ਹੈ। ਤੇ ਆ ਇੱਕ ਹੋਰ ਚੀਜ਼ ਆ ਦੇਖੋ, ਇਹ ਹੈ ਦਮੜੀ। ਇਸ ਨੂੰ ਦਮੜੀ ਕਿਹਾ ਜਾਂਦਾ ਸੀ ਕਿ ਮੇਰੇ ਪੱਲੇ ਤਾਂ ਦਮੜੀ ਨਹੀਂ, ਮੈਂ ਜਾਵਾਂ ਕਿਵੇਂ। ਤੇ ਇਸ ਤਰ੍ਹਾਂ ਦੇ ਚੀਜ਼ਾਂ ਅਸੀਂ ਪੁਰਾਤਨ ਸਾਹਿਤ ਦੇ ਵਿੱਚ ਜ਼ਰੂਰ ਪੜ੍ਹੀਆਂ ਨੇ। ਦਮੜੀ ਦਾ ਜ਼ਿਕਰ ਤੇ ਡਬਲੀ ਗਲੀ ਵਾਲੇ ਪੈਸੇ ਦਾ ਜ਼ਿਕਰ, ਚਾਂਦੀ ਦੇ ਰੁਪਈਏ, ਇਹਨਾਂ ਚੀਜ਼ਾਂ ਦਾ ਅਸੀਂ ਜ਼ਿਕਰ ਜਿਹੜਾ ਉਹ ਸਾਹਿਤ ਦੇ ਵਿੱਚ ਜ਼ਰੂਰ ਪੜ੍ਹਿਆ, ਇਤਿਹਾਸ ਦੇ ਵਿੱਚ ਜ਼ਰੂਰ ਪੜ੍ਹਿਆ। ਪਰ ਸ਼ਾਇਦ ਤੁਸੀਂ ਕਿੰਨਿਆਂ ਕੁ ਨੇ ਦੇਖਿਆ ਇਹ ਨਹੀਂ ਮੈਨੂੰ ਪਤਾ, ਪਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਨਹੀਂ ਦੇਖੀਆਂ ਹੋਈਆਂ। ਇਹ ਚਾਂਦੀ ਦੇ ਸਿੱਕੇ ਨੇ, ਇਹ ਡਬਲੀ ਪੈਸੇ ਨੇ, ਇਹ ਦਮੜੀ ਹੈ। ਤੇ ਇਸ ਤੋਂ ਇਲਾਵਾ ਹੋਰ ਆ ਦੇਖੋ ਤਾਂਬੇ ਦੇ, ਪਿੱਤਲ ਦੇ ਸਿੱਕੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਇੱਕ ਭੰਡਾਰ ਇਕੱਠਾ ਕੀਤਾ ਹੋਇਆ, ਤਰ੍ਹਾਂ ਤਰ੍ਹਾਂ ਦੇ ਸਿੱਕੇ ਨੇ। ਔਰ ਇਹੀ ਨਹੀਂ, ਇੱਧਰ ਦੇਖੋ ਇਹ ਸਿੱਕਿਆਂ ਦਾ ਇੱਕ ਹੋਰ ਭੰਡਾਰ ਹੈ। ਇਸ ਨੂੰ ਪੂਰੀ ਤਰ੍ਹਾਂ ਰੈਪਰ ਦੇ ਵਿੱਚ ਰੱਖਿਆ ਗਿਆ। ਨਾਨਕ ਦਰਬਾਰ ਦੇ ਸਿੱਕੇ ਨੇ ਤੇ ਇਹਨਾਂ ਨੂੰ ਬੜਾ ਸੰਭਾਲ ਕੇ ਰੱਖਿਆ ਹੋਇਆ। ਸਿੱਕਿਆਂ ਲਈ ਸਪੈਸ਼ਲ ਰੈਪਰ ਲਿਆਂਦਾ ਗਿਆ। ਤੇ ਇਹ ਦੇਖੋ, ਇਹ ਬਠਿੰਡਾ ਦੇ ਵਿੱਚ ਨੌਜਵਾਨ ਕਮਲ ਵਧਵਾ ਦਾ ਜਿਹੜਾ ਆਪਦਾ ਇੱਕ ਮਿਊਜ਼ੀਅਮ ਬਣਾਇਆ ਹੋਇਆ। ਇਸ ਨੇ ਸਾਲਾਂ ਬੱਧੀ ਮਿਹਨਤ ਦੇ ਨਾਲ ਤੇ ਇਹ ਸਿੱਕੇ ਜਿਹੜੇ ਨੇ ਨਵੇਂ ਪੁਰਾਣੇ ਸਾਂਭ ਕੇ ਰੱਖੇ ਨੇ। ਤੇ ਇਹ 50 ਪੈਸੇ ਦਾ ਸਿੱਕਾ, 50 ਰੁਪਏ ਦਾ ਸਿੱਕਾ, 50 ਰੁਪਏ ਦਾ ਸਿੱਕਾ ਜਿਹੜਾ ਇਹ ਵੇਖ ਸਕਦੇ ਹੋ, ਇੱਧਰ ਵੀ ਪਿਆ ਇਹ। ਤੇ ਇਹ 50 ਰੁਪਏ ਦਾ ਸਿੱਕਾ ਹੈ ਜੋ ਇੱਕ ਵਾਰ ਪਹਿਲਾਂ ਜਿਹੜਾ ਉਹ ਲਾਂਚ ਹੋਇਆ ਸੀ। ਤੇ ਇੱਧਰ ਇਹ ਤੁਸੀਂ ਦੇਖ ਸਕਦੇ ਹੋ ਸਿੱਕੇ। ਇੱਕ ਵਾਰੀ ਭਾਰਤੀ ਸਿੱਕਿਆਂ 'ਤੇ ਹੀ ਆ ਜਾਈਏ ਤਾਂ ਆਹ ਸਿੱਕੇ ਨੇ ਜਿਹੜੇ, ਇਹ ਦੇਖੋ, ਇਹ ਬਹੁਤ ਹੀ ਪੁਰਾਤਨ ਸਿੱਕਾ ਹੈ। ਕਮਲ ਇੱਕ ਸਨ ਈਸਵੀ ਇਸ 'ਤੇ ਕੀ ਲਿਖਿਆ ਇਹ ਕਿੱਥੇ? 1762 ਦਾ ਇਹ ਸਿੱਕਾ ਹੈ। ਇਸ ਦੇ ਉੱਤੇ ਹਨੂਮਾਨ ਜੀ ਦੀ ਤਸਵੀਰ ਹੈ ਔਰ ਇਸ ਦੀ ਵੈਲਿਊ ਜਿਹੜੀ ਸੀ 2.5 ਆਨਾ ਸੀ। ਜਾਣੀ ਉਸ ਵੇਲੇ ਜਿਹੜੀ ਇਕਾਈ ਸੀ ਉਹ ਪੈਸਾ ਆਨੇ ਤੱਕ ਜਾ ਕੇ, ਤੇ 1 ਆਨਾ, 2 ਆਨਾ, 4 ਆਨੇ, 8 ਆਨੇ, ਤੇ ਇਸ ਤਰ੍ਹਾਂ ਜਿਹੜੀ ਸੀ ਉਸ ਵੇਲੇ ਪੁਰਾਣੀ ਕਰੰਸੀ ਜਿਹੜੀ ਉਹ ਕੰਮ ਕਰਦੀ ਸੀ। ਇਸ ਤੋਂ ਇਲਾਵਾ ਆ ਸਵਾਈ ਮਾਨ ਸਿੰਘ ਜੋ ਰਾਜਸਥਾਨ ਦੇ ਰਾਜਾ ਸਨ, ਉਹਨਾਂ ਦੇ ਵੇਲੇ ਦਾ ਜਾਰੀ ਕੀਤਾ ਹੋਇਆ ਸਿੱਕਾ ਤੁਸੀਂ ਵੇਖ ਸਕਦੇ ਹੋ। ਦੇਖੋ ਪੂਰੀ ਤਰ੍ਹਾਂ ਪਿੱਤਲ ਦਾ ਬਣਿਆ ਹੋਇਆ। ਤੇ ਇਹ ਸਿੱਕੇ ਜਿਹੜੇ ਨੇ ਇਹ ਸਾਡੀ ਵਿਰਾਸਤ ਨੂੰ ਵੀ ਨਾਲੋਂ ਨਾਲ ਦਰਸਾਉਂਦੇ ਨੇ। ਇਹ ਆ ਇੱਕ ਹੋਰ ਅਨਮੋਲ ਸਿੱਕਾ ਹੈ। ਇਹ ਭਾਰਤ ਦਾ ਨਹੀਂ ਹੈ। ਇਹ ਦੇਖੋ, ਇਹ ਨੈਪੋਲੀਅਨ ਬੋਨਾਪਾਰਟ ਇਹਦੇ ਉੱਤੇ ਲਿਖਿਆ। ਇਹ ਨੈਪੋਲੀਅਨ ਲਿਖਿਆ, ਨੈਪੋਲੀਅਨ ਕਾਲ ਦਾ ਸਿੱਕਾ ਹੈ ਇਹ। ਤੇ ਫਰਾਂਸ ਦਾ, ਉੱਪਰ ਤੁਸੀਂ ਆਈਫਲ ਟਾਵਰ ਦੀ ਤੇ ਹੋਰ ਉੱਥੋਂ ਦੀਆਂ ਇਮਾਰਤਾਂ ਦੀਆਂ ਤਸਵੀਰ ਤੁਸੀਂ ਵੇਖ ਸਕਦੇ ਹੋ। ਤੇ ਇਸ ਦੇ ਵਿੱਚ ਥੋੜ੍ਹਾ ਜਿਹਾ ਧਿਆਨ ਨਾਲ ਦੇਖੋ ਤਾਂ ਹੇਠਾਂ ਪੈਰਿਸ ਲਿਖਿਆ ਹੋਇਆ ਵੀ ਤੁਹਾਨੂੰ ਦਿਖ ਸਕਦਾ। ਸੋ ਬੜਾ ਅਨਮੋਲ ਖਜ਼ਾਨਾ ਜਿਹੜਾ ਉਹ ਇਕੱਠਾ ਕੀਤਾ ਹੋਇਆ ਇਹ ਸਿੱਕੇ ਨੇ। ਤੇ ਸਿੱਕਿਆਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਅਸੀਂ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ ਤੁਹਾਨੂੰ ਭਾਰਤ ਦੇ ਜੋ ਸਿੱਕੇ ਬੰਦ ਹੋ ਗਏ, ਹੁਣ ਤਾਜ਼ਾ ਟਕਸਾਲ ਦੇ ਵਿੱਚ ਜੋ ਬਣਦੇ ਸੀ ਉਹ ਬੰਦ ਹੋ ਗਏ ਬਣਨੇ, ਉਹਨਾਂ ਦੇ ਵਿੱਚ ਤੁਹਾਨੂੰ ਆਹ ਵਿਖਾਉਂਦੇ ਹਾਂ। ਇਹ 1 ਪੈਸਾ ਹੈ। ਧਿਆਨ ਨਾਲ ਦੇਖੋ, ਇਹ 1 ਪੈਸੇ ਦਾ ਸਿੱਕਾ ਹੈ ਮੇਰੇ ਹੱਥ 'ਚ। ਤੇ ਇਸ ਤੋਂ ਇਲਾਵਾ ਹੁਣ ਤੁਹਾਨੂੰ ਦਿਖਾਉਂਦੇ ਹਾਂ ਇਹ 2 ਪੈਸੇ। ਇਹ 2 ਪੈਸੇ ਦਾ ਸਿੱਕਾ ਹੈ। ਤੇ ਦੁੱਕੀ ਜਿਹਨੂੰ ਕਹਿ ਲਿਆ ਜਾਂਦਾ ਸੀ। ਤੇ ਇਹ ਤਿੱਕੀ ਹੈ। ਆਮ ਕਰਕੇ ਤੁਸੀਂ ਨਾਅਰਿਆਂ ਦੇ ਵਿੱਚ ਵੀ ਸੁਣਦੇ ਹੋਵੋਗੇ, ਜੋਸ਼ ਭਰਪੂਰ ਨਾਅਰੇ ਜਦੋਂ ਲੱਗਦੇ ਨੇ, ਦੁੱਕੀ ਤਿੱਕੀ ਚੱਕ ਦਿਆਂਗੇ। ਤੇ ਇਹ ਦੁੱਕੀ ਤਿੱਕੀ ਹੈ। ਤੇ ਇਹ ਜਿਹੜੀ ਹੈ ਇਹ 5 ਪੈਸੇ, ਜਿਹਨੂੰ ਪੰਜੀ ਵੀ ਕਿਹਾ ਜਾਂਦਾ ਸੀ ਕਿਸੇ ਜ਼ਮਾਨੇ 'ਚ। ਤੇ ਇਸ ਤੋਂ ਇਲਾਵਾ ਇਹ 10 ਪੈਸੇ, ਇਹ ਦਸੀ ਜੋ ਅੱਜ ਕੱਲ੍ਹ ਬੰਦ ਹੋ ਚੁੱਕੀ ਹੈ ਸਾਡੀ ਟਕਸਾਲ ਦੇ ਵਿੱਚ, ਹੁਣ ਇਹ ਨਹੀਂ ਬਣਦੀ। ਤੇ ਇਸ ਤੋਂ ਇਲਾਵਾ ਇਹ ਪਹਿਲਾਂ 20 ਪੈਸੇ ਜਿਹੜੇ ਸੀ ਉਹ ਪਿੱਤਲ ਦੇ ਆਉਂਦੇ ਸੀ। ਪਿੱਤਲ ਦੇ 20 ਪੈਸੇ ਆਉਂਦੇ ਸੀ। ਤੇ ਹੁਣ ਉਸ ਤੋਂ ਬਾਅਦ ਸ਼ੁਰੂ ਹੋਏ 20 ਪੈਸੇ ਇਹ ਵਾਲੇ ਸਿੱਕੇ ਦੇ ਬਣੇ ਹੋਏ। ਤੇ ਪਰ ਜਲਦੀ ਹੀ ਉਸ ਤੋਂ ਬਾਅਦ ਜਿਹੜਾ ਚਵਾਨੀ ਦਾ ਰਾਜ ਬਹੁਤ ਦੇਰ ਰਿਹਾ ਹੈ।
25 ਪੈਸੇ ਤੇ ਇਹ ਚਵਾਨੀ ਹੈ ਜੋ ਕੁਝ ਵਰੇ ਪਹਿਲਾਂ ਭਾਰਤ ਸਰਕਾਰ ਵੱਲੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ। ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਸਿਰਫ ਇਹ 50 ਪੈਸੇ ਚੱਲਦੇ ਆ ਸਾਡੇ ਕਹਿ ਲਈਏ ਭਾਰਤ ਦੇ ਵਿੱਚ ਮਿਨੀਮਮ ਜਿਹੜੀ ਹੈ ਛੋਟੀ ਤੋਂ ਛੋਟੀ ਇਕਾਈ ਸਿੱਕੇ ਦੀ ਉਹ 50 ਪੈਸੇ ਰਹਿ ਗਈ ਹੈ। ਤੇ ਉਸ ਤੋਂ ਬਾਅਦ 1 ਰੁਪਏ ਦਾ ਸਿੱਕਾ, ਫਿਰ 5 ਰੁਪਏ ਦਾ, ਫਿਰ 10 ਰੁਪਏ ਦਾ ਤੇ ਮੈਕਸਿਮਮ 20 ਰੁਪਏ ਤੱਕ ਦਾ ਸਿੱਕਾ ਹੁੰਦਾ। ਹਾਲਾਂਕਿ ਜਾਰੀ 50 ਰੁਪਏ ਤੱਕ ਦੇ ਸਿੱਕੇ ਤੱਕ ਵੀ ਹੋਏ ਨੇ, ਪਰ ਜੋ ਪ੍ਰਚਲਨ ਦੇ ਵਿੱਚ ਆ ਉਹ ਮੈਕਸਿਮਮ 1-2 ਰੁਪਏ ਤੇ 5 ਰੁਪਏ ਦਾ ਸਿੱਕਾ ਤੇ 10 ਰੁਪਏ ਦਾ ਸਿੱਕਾ ਹੀ ਚੱਲਦਾ। ਤੁਸੀਂ ਵੇਖ ਸਕਦੇ ਹੋ ਇਹ ਪੁਰਾਤਨ ਤਾਂ ਨਹੀਂ ਕਹਿ ਸਕਦੇ, ਘੱਟੋ ਘੱਟ ਜੋ ਸਿੱਕੇ ਬੰਦ ਹੋ ਗਏ, ਜਿਸ ਤਰ੍ਹਾਂ ਇਹ ਸਭ ਤੋਂ ਪਹਿਲਾਂ 1900 ਲਿਖਿਆ ਤੇ 66-68 ਦੇ ਵਿੱਚ ਇਸ ਤਰ੍ਹਾਂ ਦੇ ਸਿੱਕੇ ਸਭ ਤੋਂ ਪਹਿਲਾਂ ਜਾਰੀ ਹੋਏ ਜੋ ਹੈਵੀ ਹੁੰਦੇ ਸੀ। ਉਸ ਤੋਂ ਬਾਅਦ ਫਿਰ ਅਗਲੇ ਸਾਲਾਂ ਦੇ ਵਿੱਚ ਸਿੱਕਿਆਂ ਦਾ ਰੂਪ ਬਦਲਦਾ ਗਿਆ। ਇਹ ਅਲੱਗ-ਅਲੱਗ ਤਸਵੀਰਾਂ ਜਿਹੜੀਆਂ ਸੀ ਤੇ ਇਹ ਭਾਰਤ ਸਰਕਾਰ ਦੇ ਜਿਹੜੀ ਆਪਣਾ ਰਾਸ਼ਟਰੀ ਚਿੰਨ੍ਹ ਭਾਰਤ ਦਾ, ਤੇ ਉਸ ਤੋਂ ਬਾਅਦ ਬਦਲਦਾ ਗਿਆ, ਕਦੀ ਥੰਬਸ ਅਪ ਆਉਂਦਾ ਗਿਆ ਸਾਡੇ ਸਾਹਮਣੇ, ਕਦੀ ਕੁਛ ਆਉਂਦਾ ਗਿਆ। ਤੇ ਇਹ ਤਸਵੀਰਾਂ ਨੇ ਸਿੱਕਿਆਂ ਦੀਆਂ। ਸਿੱਕੇ ਜਿਹੜੇ ਸੀ ਉਹ ਪੁਰਾਤਨ ਸਿੱਕੇ ਤੇ ਉਸ ਤੋਂ ਇਲਾਵਾ ਜਿਹੜੇ ਨਵੇਂ ਪ੍ਰਚਲਨ ਦੇ ਵਿੱਚ ਉਹ ਸਿੱਕੇ ਤੁਸੀਂ ਵੇਖੇ। ਤੇ ਆਹ ਕੁਝ ਸਿੱਕੇ ਪਏ ਨੇ, ਇਹ ਸਿੱਕੇ ਨੌਜਵਾਨ ਨੇ ਬਾਹਰਲੇ ਦੇਸ਼ਾਂ ਦੇ ਇਕੱਠੇ ਕੀਤੇ ਹੋਏ ਨੇ। ਆਹ ਦੇਖੋ, ਇਹ ਜਿਹੜਾ ਸਿੱਕਾ ਹੈ ਇਹ ਵੀ ਆਪਣੇ ਭਾਰਤ ਦਾ ਨਹੀਂ ਹੈ, ਬਾਹਰ ਦਾ ਹੈ, ਮੇਬੀ ਕੰਬੋਡੀਆ ਦਾ। ਤੇ ਉੱਥੋਂ ਦੀਆਂ ਇਹ ਤਸਵੀਰਾਂ, ਇਹ ਦੇਖੋ ਕਿੰਨੇ ਸੋਹਣੇ ਸੋਹਣੇ ਸਿੱਕੇ ਜਿਹੜੇ ਨੇ। ਤੇ ਹਰ ਸਿੱਕੇ ਦੇ ਉੱਪਰ ਉੱਥੋਂ ਦੀ ਜਿਹੜੀ ਹੈ ਸਰਕਾਰੀ ਸਟੈਂਪ ਤੇ ਨਾਲ ਸਿੱਕੇ ਦੀ ਵੈਲਿਊ ਤੇ ਉੱਥੋਂ ਦੇ ਨੇਤਾਵਾਂ ਦੀਆਂ ਫੋਟੋਆਂ। ਤੇ ਇਹ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸਿੱਕਿਆਂ ਦੇ ਉੱਤੇ। ਸਿੱਕਿਆਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਿੱਕੇ ਵੱਡੇ ਛੋਟੇ ਤੁਸੀਂ ਦੇਖ ਸਕਦੇ ਹੋ, ਅਲੱਗ-ਅਲੱਗ ਸਿੱਕੇ ਨੇ। ਇਹਨਾਂ ਨੂੰ ਅਗਰ ਇਕੱਲੇ ਸਿੱਕੇ ਨੂੰ ਦੇਖੀਏ ਤਾਂ ਪੂਰਾ ਦਿਨ ਸਿਰਫ ਇਹਨਾਂ ਸਿੱਕਿਆਂ ਦੇ ਸਨ ਈਸਵੀ ਵੇਖਦੇ ਹਾਂ, ਇਹਨਾਂ ਸਿੱਕਿਆਂ ਦੀ ਇਤਿਹਾਸਕਤਾ ਪਰਖਦੇ ਹਾਂ, ਜਿਹੜਾ ਉਹ ਪੂਰਾ ਦਿਨ ਨਿਕਲ ਸਕਦਾ ਹੈ। ਤੇ ਇਹ ਦੇਖੋ, ਇਹ ਗੁਰੂ ਨਾਨਕ ਦੇਵ ਜੀ ਦੀ ਕਿੰਨੀ ਸੋਹਣੀ ਤਸਵੀਰ ਇਸ ਸਿੱਕੇ ਦੇ ਉੱਤੇ ਛਪੀ ਹੋਈ ਹੈ। ਤੇ ਇਹ ਇਸ ਦੀ ਇਧਰਲੇ ਪਾਸੇ ਕੀਮਤ ਲਿਖੀ ਹੈ ਹਾਫ ਆਨਾ, ਜਾਣੀ ਕਿ ਅੱਧਾ ਆਨਾ ਇਹ। ਤੇ ਇਸ ਤਰ੍ਹਾਂ ਇਹ ਸੀਗੇ ਸਿੱਕੇ। ਹੁਣ ਅਸੀਂ ਗੱਲ ਕਰਦੇ ਹਾਂ ਭਾਰਤੀ ਕਰੰਸੀ ਦੀ। ਇੱਕ ਵਾਰੀ ਫਿਰ ਤੁਹਾਨੂੰ ਪੂਰਾ ਖਜ਼ਾਨਾ ਇੱਕ ਵਾਰੀ ਫਿਰ ਦਿਖਾ ਦਈਏ ਕਿ ਕਿਸ ਤਰ੍ਹਾਂ ਇਹ ਖਜ਼ਾਨਾ ਪੂਰਾ ਭਰਪੂਰ ਹੈ। ਤੇ ਇਹ ਅਨਮੋਲ ਖਜ਼ਾਨਾ, ਕੱਲੀ ਚੀਜ਼ ਦੀ ਅਸੀਂ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ, ਤੁਹਾਨੂੰ ਦਿਖਾਉਂਦੇ ਹਾਂ। ਤੇ ਹੁਣ ਸ਼ੁਰੂ ਕਰਦੇ ਹਾਂ ਹੁਣ ਆਪਾਂ ਕਰੰਸੀ ਦੀ ਗੱਲ ਕਰਦੇ ਹਾਂ। ਇਹ ਤਾਂ ਸੀਗੇ ਸਿੱਕੇ। ਕਰੰਸੀ 'ਤੇ ਆਉਂਦੇ ਹਾਂ। ਪਹਿਲਾਂ ਕਰੰਸੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਦੇਸ਼ ਤੋਂ ਸ਼ੁਰੂ ਹੁੰਦੇ ਹਾਂ। ਸ਼ੁਰੂ ਕਰਦੇ ਹਾਂ ਭਾਰਤੀ ਕਰੰਸੀ ਤੋਂ। ਇਹ ਦੇਖੋ, ਇਹ ਭਾਰਤੀ ਕਰੰਸੀ ਦਾ ਖਜ਼ਾਨਾ ਖੁੱਲ੍ਹ ਗਿਆ। ਇਹ ਭਾਵੇਂ ਬਾਹਰਲੇ ਦੇਸ਼ਾਂ ਦੇ ਨੇ, ਇਹਨਾਂ ਨੂੰ ਰਹਿਣ ਦਿੰਦੇ ਆਪਾਂ ਹਾਲੇ ਫਿਲਹਾਲ। ਆਹ ਆਪਣੇ ਇੰਡੀਆ ਦੇ ਨੇ। ਪੁਰਾਣਾ ਜਿਹੜਾ ਉਹ 100 ਰੁਪੀਜ਼, ਆਹ ਦੇਖੋ ਭਾਰਤ ਦਾ 100 ਰੁਪਈਆ ਪੁਰਾਣਾ ਨੋਟ। ਤੇ ਆਹ ਥੋੜ੍ਹਾ ਉਸ ਤੋਂ ਬਾਅਦ ਦਾ ਹੈ। ਤੇ ਇਹ 10 ਰੁਪਏ ਦਾ ਨੋਟ ਜਿਹੜਾ ਇਹ ਵੀ ਭਾਰਤ ਦਾ, ਪਰ ਇਹ ਅੰਗਰੇਜ਼ਾਂ ਵੇਲੇ ਦਾ। ਤੁਸੀਂ ਦੇਖ ਸਕਦੇ ਹੋ ਅੰਗਰੇਜ਼ ਹਕੂਮਤ ਵੇਲੇ ਦੀ ਜਿਹੜੀ ਆ ਉਹ ਤਸਵੀਰ ਖੁਦ ਬਿਆਨ ਕਰ ਰਹੀ ਹੈ। ਇੱਧਰ ਤੁਸੀਂ ਇਹ ਰੁਪਈਆ ਬਹੁਤ ਸਾਰਿਆਂ ਨੇ ਦੇਖਿਆ ਹੋਏਗਾ, ਹੁਣ ਵੀ ਕਿਤੇ ਨਾ ਕਿਤੇ ਪ੍ਰਚਲਨ ਦੇ ਵਿੱਚ ਹੈ, ਲੋਕਾਂ ਨੇ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੈ। ਬਹੁਤ ਦੇਰ ਇਸ 1 ਰੁਪਏ ਦਾ ਰਾਜ ਰਿਹਾ ਔਰ ਬੱਚਿਆਂ ਦੀ ਖੁਸ਼ੀ ਦਾ ਕਾਰਨ ਇਹ ਰੁਪਈਆ ਰਿਹਾ। ਇਹ 1 ਰੁਪਈਆ ਜਿਹੜਾ। ਤੇ ਇਸ ਤੋਂ ਇਲਾਵਾ ਇਹ 2 ਦਾ ਨੋਟ ਜਿਹੜਾ ਇਹ ਤੁਸੀਂ ਵੇਖ ਸਕਦੇ ਹੋ। ਤੇ 1 ਤੇ 2 ਦਾ ਨੋਟ ਹਾਲਾਂਕਿ ਹੁਣ ਪ੍ਰਚਲਨ ਦੇ ਵਿੱਚੋਂ ਲਗਭਗ ਖਤਮ ਹੋ ਚੁੱਕਿਆ ਹੈ। ਆਹ ਦੇਖੋ, ਇਸ ਤੋਂ ਪਹਿਲਾਂ ਇਹ ਨੋਟ ਹੁੰਦਾ ਸੀ 2 ਦਾ। ਤੇ ਹੁਣ ਜ਼ਿਆਦਾਤਰ ਆਪਾਂ ਕਹਿ ਲਈਏ ਮਿਨੀਮਮ ਇਕਾਈ ਨੋਟਾਂ ਦੀ ਆਪਣੇ ਚੱਲ ਰਹੀ ਹੈ ਇਹ 5 ਰੁਪਏ ਦੇ ਨੋਟ। 5 ਰੁਪਏ ਦੇ ਇਹ ਨੋਟ ਵੀ ਲਗਭਗ ਜਿਹੜੇ ਨੇ ਉਹ ਇਸ ਵੇਲੇ ਮਾਰਕੀਟ ਦੇ ਵਿੱਚ ਮਿਲਣੇ ਮੁਸ਼ਕਿਲ ਨੇ। ਇਸ ਵੇਲੇ ਇਹ ਨੋਟ ਆ ਰਹੇ ਨੇ 5 ਰੁਪਏ ਦੇ, ਜੋ ਬਹੁਤ ਘੱਟ ਸੰਖਿਆ ਦੇ ਵਿੱਚ ਆ ਰਹੇ ਨੇ, ਜਿਨ੍ਹਾਂ ਦੇ ਉੱਪਰ ਮਹਾਤਮਾ ਗਾਂਧੀ ਦੀ ਤਸਵੀਰ ਹੈ। ਔਰ ਇਹੀ ਨਹੀਂ, ਇਹ ਸਾਰੀ ਕਰੰਸੀ ਹੈ ਜਿਹੜੀ
ਭਾਰਤ ਦੀ ਕਰੰਸੀ ਹੈ ਪੁਰਾਣੀ। ਇਹ 50 ਦਾ ਨੋਟ ਤੁਸੀਂ ਵੇਖ ਸਕਦੇ ਹੋ, ਹਾਲਾਂਕਿ 50 ਦੇ ਨੋਟ ਦਾ ਹੁਣ ਰੰਗ ਵੀ ਬਦਲ ਗਿਆ ਹੈ ਤੇ ਸਾਈਜ਼ ਵੀ ਬਦਲ ਗਿਆ। ਨਵੀਂ ਕਰੰਸੀ ਜਿਹੜੀ ਆ ਰਹੀ ਹੈ ਉਹ ਬਹੁਤ ਛੋਟੇ ਸਾਈਜ਼ 'ਚ ਭਾਰਤ ਦੀ ਆ ਰਹੀ ਹੈ। ਤੇ ਹੁਣ ਅਸੀਂ ਭਾਰਤੀ ਕਰੰਸੀ 'ਤੇ ਜਾਂਦੇ ਹਾਂ। ਜਿਹੜਾ ਨਵਾਂ ਰੂਪ ਇਸ ਵੇਲੇ ਮਾਰਕੀਟ ਦੇ ਵਿੱਚ ਪ੍ਰਚਲਿਤ ਹੈ, ਸਾਹਮਣੇ ਬਿਲਕੁਲ ਵੱਡੇ ਬੋਰਡ ਦੇ ਨਾਲ ਤੁਸੀਂ ਵੇਖ ਸਕਦੇ ਹੋ, ਉੱਪਰ 20 ਰੁਪਏ ਦਾ ਨੋਟ ਤੁਸੀਂ ਦੇਖ ਸਕਦੇ ਹੋ। ਸਭ ਤੋਂ ਉੱਪਰ ਜਿਹੜਾ ਮਹਿੰਦੀ ਰੰਗਾ ਨੋਟ ਹੈ। ਤੇ ਹੁਣ ਜਿਹੜੇ ਨਵੇਂ ਨੋਟ ਆ ਰਹੇ ਨੇ ਇਸ ਤਰ੍ਹਾਂ ਦੇ ਆ ਰਹੇ ਨੇ, ਤੇ ਉਸ ਦੇ ਹੇਠਾਂ 50 ਦਾ ਨੋਟ ਜਿਹੜਾ ਉਹ ਤੁਸੀਂ ਵੇਖ ਸਕਦੇ ਹੋ, ਇਹ ਇਸ ਵੇਲੇ ਪ੍ਰਚਲਨ ਦੇ ਵਿੱਚ ਹੈ। ਉਸ ਤੋਂ ਹੇਠਾਂ ਜਿਹੜਾ ਪੁਰਾਣਾ 50 ਦਾ ਨੋਟ ਹੈ, ਜੋ ਪਹਿਲਾਂ ਵੱਡੇ ਸਾਈਜ਼ ਦੇ ਵਿੱਚ ਚੱਲਦਾ ਸੀ। ਫਿਰ ਹੇਠਾਂ ਥੋੜ੍ਹਾ ਹੋਰ ਹੇਠਾਂ ਆ ਜਾਈਏ, 100 ਦਾ ਨੋਟ ਪੁਰਾਣਾ ਲੱਗਾ ਹੋਇਆ ਹੈ। ਫਿਰ ਹੇਠਾਂ 100 ਦਾ ਨੋਟ ਹੈ। ਇਸ ਦੇ ਹੇਠਾਂ 100 ਦਾ ਨਵਾਂ ਨੋਟ ਹੈ, ਜੋ ਛੋਟੇ ਸਾਈਜ਼ ਦੇ ਵਿੱਚ ਹੈ ਤੇ ਕਲਰ ਵੀ ਚੇਂਜ ਹੋ ਗਿਆ ਤੇ ਨੋਟਬੰਦੀ ਤੋਂ ਬਾਅਦ ਆਇਆ। ਇਹ ਸਾਰੇ ਨਵੇਂ ਪੁਰਾਣੇ ਨੋਟ ਜਿਹੜੇ ਨੇ ਉਹ ਸਾਡੀ ਨੋਟਬੰਦੀ ਦੀ 2016 ਦੇ ਵਿੱਚ ਜੋ ਨੋਟਬੰਦੀ ਹੋਈ ਉਸ ਦੀ ਯਾਦ ਦਿਵਾਉਂਦੇ ਨੇ। 200 ਦਾ ਨੋਟ, 500 ਦਾ ਨੋਟ, ਔਰ ਇਸ ਦੇ ਨਾਲ ਹੀ ਮੈਂ ਜਿਹੜਾ ਹੇਠਾਂ 500 ਦਾ ਪੁਰਾਣਾ ਨੋਟ ਵੀ ਲੱਗਿਆ ਹੋਇਆ ਤੇ 1000 ਦਾ ਨੋਟ ਵੀ ਜਿਹੜਾ ਇਹ ਤੁਹਾਨੂੰ ਜ਼ਰੂਰ ਨੋਟਬੰਦੀ ਦੀ ਯਾਦ ਦਵਾਏਗਾ, ਜਦੋਂ ਲੰਬੀਆਂ ਲਾਈਨਾਂ ਦੇ ਵਿੱਚ ਲੋਕ ਖੜ੍ਹ ਕੇ ਮਰ ਰਹੇ ਸੀ। ਪਰ ਉਸ ਨੋਟਬੰਦੀ ਜਿਹੜੀ ਆ ਉਹ ਬੇਅਰਥ ਗਈ, ਫਾਇਦਾ ਕੋਈ ਨਹੀਂ ਹੋਇਆ। 2000 ਦਾ ਨੋਟ ਇਸ ਨੋਟਬੰਦੀ 'ਚੋਂ ਬਸ ਇੱਕ ਨਿਕਲਿਆ ਤੇ ਇਹ ਇੰਨਾ ਕੁ ਹਾਸਿਲ ਹੈ ਕਿ 2000 ਦਾ ਨੋਟ ਲੋਕਾਂ ਨੂੰ ਮਿਲਿਆ। ਪਰ ਹਾਲਾਂਕਿ 2000 ਦਾ ਨੋਟ ਵੀ ਹੁਣ ਲਗਭਗ ਜੇ ਕਹਿ ਲਈਏ ਤਾਂ ਪ੍ਰਚਲਨ ਦੇ ਵਿੱਚੋਂ ਬੰਦ ਹੁੰਦਾ ਜਾ ਰਿਹਾ। ਬਹੁਤ ਘੱਟ 2000 ਦਾ ਨੋਟ ਇਸ ਵੇਲੇ ਮਿਲਦਾ ਹੈ। ਜ਼ਿਆਦਾਤਰ ਨੋਟ ਜਿਹੜਾ ਇਸ ਵੇਲੇ ਭਾਰਤੀ ਕਰੰਸੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ ਛਾਪਿਆ ਜਾ ਰਿਹਾ ਭਾਰਤੀ ਕਰੰਸੀ ਦੇ ਵਿੱਚ, ਉਹ 500 ਦੇ ਨੋਟ 'ਤੇ ਜ਼ੋਰ ਦਿੱਤਾ ਜਾ ਰਿਹਾ। ਔਰ ਜੋ ਨੋਟਬੰਦੀ ਸੀ ਉਸ ਦਾ ਸੰਤਾਪ ਲੋਕਾਂ ਨੇ ਜਿਵੇਂ ਭੋਗਿਆ, ਜਿਵੇਂ ਵੱਡਿਆਂ ਨੇ ਮਲਾਈ ਉਤਾਰੀ, ਖਾਸ ਕਰਕੇ ਵੱਖੋ ਵੱਖ, ਚਾਹੇ ਉਹ ਮੈਡੀਕਲ ਲਾਈਨ ਹੋਵੇ, ਚਾਹੇ ਹੋਰ ਕਈ ਸਾਰੀਆਂ ਲਾਈਨਾਂ ਸੀ ਜਿਨ੍ਹਾਂ ਲੋਕਾਂ ਦੇ ਵਿੱਚ ਕੁਝ ਮਾੜੇ ਅਨਸਰਾਂ ਨੇ ਉਸ ਵੇਲੇ ਹੱਥ ਰੰਗੇ। ਤੇ ਪਰ ਬਹੁਤ ਸਾਰੇ ਲੋਕ ਜਿਹੜੇ ਸੀ ਨੋਟਬੰਦੀ ਵੇਲੇ ਕੰਗਾਲ ਵੀ ਹੋਏ। ਬਹੁਤ ਸਾਰੇ ਨੋਟਬੰਦੀ ਵੇਲੇ ਲੋਕ ਜਿਹੜੇ ਸੀ ਉਹ ਲਾਈਨਾਂ ਦੇ ਵਿੱਚ ਵਿਚਾਰੇ ਹਰਾਸ਼ ਹੋਏ ਤੇ ਇੱਥੋਂ ਤੱਕ ਕਿ ਕਈਆਂ ਦੀਆਂ ਜਾਨਾਂ ਵੀ ਗਈਆਂ। ਤੇ ਇਹ ਭਾਰਤੀ ਕਰੰਸੀ ਦਾ ਹਾਲ ਹੈ। ਔਰ ਉਸ ਤੋਂ ਬਾਅਦ ਭਾਰਤੀ ਕਰੰਸੀ ਦੇ ਵਿੱਚ ਤੁਸੀਂ ਇੱਕ ਇਹ ਦੇਖ ਸਕਦੇ ਹੋ, ਫਿਰ ਪੁਰਾਣੇ ਨੋਟਾਂ ਦਾ ਇੱਕ ਪੂਰੀ ਤਰ੍ਹਾਂ ਡਿਸਪਲੇ ਬਣਾਇਆ ਹੋਇਆ ਹੈ। ਤੇ ਇਹ ਡਿਸਪਲੇ ਦੇ ਵਿੱਚ ਇਧਰਲੇ ਪਾਸੇ ਜਿਹੜੀਆਂ 2 ਲਾਈਨਾਂ ਨੇ ਇਹ ਭਾਰਤੀ ਕਰੰਸੀ ਦੀਆਂ ਨੇ, ਪੁਰਾਤਨ ਨੋਟ ਨੇ। ਦੇਖੋ ਬਿਲਕੁਲ ਆ ਹੇਠਾਂ 100 ਰੁਪਏ ਦਾ ਨੋਟ ਲੱਗਿਆ ਨਾ, ਕਿੰਨਾ ਵੱਡਾ ਨੋਟ ਹੁੰਦਾ ਸੀ ਔਰ ਕਿੰਨੇ ਵੱਡੇ ਅੱਖਰਾਂ ਦੇ ਵਿੱਚ 100 ਰੁਪਏ ਲਿਖਿਆ ਹੋਇਆ। ਤੇ ਇਸ ਤੋਂ ਉੱਪਰ ਵੀ ਫਿਰ ਵਾਈਟ ਅੱਖਰਾਂ ਦੇ ਵਿੱਚ 100 ਰੁਪਏ ਲਿਖਿਆ ਹੈ। ਫਿਰ ਥੋੜ੍ਹਾ ਪ੍ਰਚਲਨ ਦੇ ਵਿੱਚ ਰਿਹਾ ਨੋਟ। ਤੇ ਇੱਕ ਇਹ ਜਿਹੜਾ ਆਹ ਨੋਟ ਹੈ ਔਰ ਇਹ ਨੋਟ, ਇਹ ਵੀ ਪੁਰਾਤਨ ਨੋਟ ਹੈ। ਸੋ ਇਹ ਸੀਗੀ ਸਾਡੀ ਭਾਰਤੀ ਕਰੰਸੀ। ਤੇ ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀ ਹੈ ਇੰਟਰਨੈਸ਼ਨਲ ਕਰੰਸੀ ਦੀ, ਜੋ ਵੱਖ ਦੇਸ਼ਾਂ ਤੋਂ ਇਕੱਠੀ ਕੀਤੀ ਹੋਈ ਹੈ। ਕਮਲ ਵਧਵਾ ਨੇ ਇਹ ਕਰੰਸੀ ਜਿਹੜੀ 200 ਤੋਂ ਵੱਧ ਦੇਸ਼ਾਂ ਤੋਂ ਇਕੱਠੀ ਕੀਤੀ ਹੈ। ਕਮਲ ਵਧਵਾ ਨਾਲ ਇਸ ਬਾਰੇ ਗੱਲ ਵੀ ਕਰਾਂਗੇ। ਪਹਿਲਾਂ ਤੁਹਾਨੂੰ ਕਰੰਸੀ ਵਿਖਾਉਂਦੇ ਹਾਂ ਕਿ ਨੋਟ ਕਿਸ ਤਰ੍ਹਾਂ ਦੇ ਇਕੱਠੇ ਕੀਤੇ ਹੋਏ ਨੇ। ਤੇ ਤੁਸੀਂ ਨੋਟ ਦੇਖ ਕੇ ਹੈਰਾਨ ਹੋਵੋਗੇ ਕਿ ਕਿੰਨੇ ਸੋਹਣੇ ਸੋਹਣੇ ਨੋਟ ਨੇ। ਆਓ ਮੇਰੇ ਨਾਲ, ਮੈਂ ਤੁਹਾਨੂੰ ਦਿਖਾਉਣਾ। ਪਹਿਲਾਂ ਆਪਾਂ ਗੱਲ ਕਰ ਲਈਏ ਜੋ ਸਭ ਤੋਂ ਵੈਲਿਊਏਬਲ ਕਰੰਸੀ ਹੈ। ਜਿੱਦਾਂ ਇਹ ਪਾਉਂਡ ਪਿਆ, ਇਹ ਹੈਗਾ ਪਾਉਂਡ। ਮੈਂ ਮੇਰੇ ਸਹਿਯੋਗੀ ਨੂੰ ਕਹੂੰਗਾ ਥੋੜ੍ਹਾ ਨੇੜੇ ਹੋ ਕੇ ਦਿਖਾਵੇ। ਇਹ ਬ੍ਰਿਟਿਸ਼ ਪਾਉਂਡ ਹੈ। ਇੰਗਲੈਂਡ ਦੀ ਮਹਾਰਾਣੀ ਦੀ ਫੋਟੋ ਛਪੀ ਹੋਈ ਹੈ। 5 ਪਾਉਂਡ ਦਾ ਇਹ ਨੋਟ ਹੈ, ਠੀਕ ਹੈ। ਤੇ ਇੰਗਲੈਂਡ ਯੂਰਪੀਅਨ ਇਹ ਕੰਟਰੀ ਹੈ ਜੋ ਯੂਰੋ ਦੇ ਵਿੱਚ ਸ਼ਾਮਲ ਨਹੀਂ ਹੈ। ਇਸ ਨੇ ਆਪਣੀ ਕਰੰਸੀ ਬਰਕਰਾਰ ਰੱਖੀ ਹੋਈ ਹੈ। ਇਹ ਕਨਾਡਾ ਦਾ ਡਾਲਰ ਹੈ, ਜਿਨ੍ਹਾਂ ਡਾਲਰਾਂ ਵਾਲੀ ਸਾਡੀ ਜ਼ਬਾਨੀ ਜਿਹੜੀ ਹੈ ਉਹ ਕੈਨੇਡਾ ਵੱਲ ਜਾ ਰਹੀ ਹੈ, ਕੈਨੇਡੀਅਨ ਡਾਲਰ। ਤੇ ਇਸ ਦੇ ਨਾਲ ਇਹ ਇਸ ਦਾ ਜਿਹੜਾ ਸਿੱਕਾ ਹੈ ਕੈਨੇਡਾ ਦਾ, ਤੇ ਇਹ ਮਹਿੰਗੀ ਕਰੰਸੀ ਜਿਹੜੀ ਆ ਉਹ ਕੈਨੇਡਾ, ਅਮਰੀਕਾ ਜਾਂ ਕਹਿ ਲਈਏ ਇੰਗਲੈਂਡ ਤੋਂ ਇਲਾਵਾ ਕੁਵੈਤ ਵਗੈਰਾ ਦੀ ਵੀ ਮਹਿੰਗੀ ਕਰੰਸੀ ਹੈ। ਪਰ ਸਸਤੀ ਕਰੰਸੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਜ਼ਿੰਬਾਬਵੇ ਜਾਣਾ ਪਏਗਾ। ਆ ਤੁਹਾਨੂੰ ਜ਼ਿੰਬਾਬਵੇ ਦੀ ਕਰੰਸੀ ਵਿਖਾਉਂਦੇ ਹਾਂ, ਬਾਕੀ ਦੇਸ਼ਾਂ ਦੀ ਵੀ ਕਰੰਸੀ ਦਿਖਾਵਾਂਗੇ। ਆਹ ਦੇਖੋ, ਇਹ ਜ਼ਿੰਬਾਬਵੇ ਦੀ ਕਰੰਸੀ ਪਈ ਹੈ। ਉੱਪਰੋਂ ਮੈਂ ਇੱਕ ਵਾਰੀ ਸਹਿਯੋਗੀ ਨੂੰ ਕਹੂੰਗਾ ਸ਼ੁਰੂ ਕਰੇ। ਉੱਪਰ $1 ਦਾ $1 ਨੋਟ ਤੁਸੀਂ ਦੇਖ ਸਕਦੇ ਹੋ, ਜ਼ਿੰਬਾਬਵੇ ਦਾ $1 ਨੋਟ ਹੈ। ਤੇ ਉਸ ਤੋਂ ਅੱਗੇ ਹੇਠਾਂ $5 ਨੋਟ ਹੈ, ਤੇ ਫਿਰ $10 ਨੋਟ ਆ ਜਾਂਦਾ ਹੈ, ਫਿਰ $20 ਦਾ ਨੋਟ ਆ ਜਾਂਦਾ ਹੈ, ਫਿਰ $100 ਦਾ ਨੋਟ ਆ ਜਾਂਦਾ ਹੈ। ਤੁਹਾਡੀ ਹੈਰਾਨੀ ਵੱਧਦੀ ਜਾਊ ਜਿਵੇਂ ਜਿਵੇਂ ਮੈਂ ਅੱਗੇ ਵਧੂੰਗਾ। ਇਹ $500 ਦਾ ਨੋਟ ਹੈ, ਇਹ $1000 ਦਾ ਨੋਟ ਹੈ, ਇਹ $10,000 ਦਾ ਨੋਟ ਹੈ, ਤੇ ਇਹ $100,000 ਦਾ ਨੋਟ ਹੈ। ਇਹ
$200,000 ਦਾ ਨੋਟ ਹੈ, ਇਹ $500,000 ਦਾ ਨੋਟ ਹੈ, ਇਹ $750,000 ਦਾ ਨੋਟ ਹੈ। ਇਹੀ ਨਹੀਂ, ਅੱਗੇ ਵਧੋ ਹਲੇ। ਇਹ ਜ਼ਿੰਬਾਬਵੇ ਦੀ ਕਰੰਸੀ ਹੈ ਜੋ ਹੁਣ ਇਸ ਵੇਲੇ ਪ੍ਰਚਲਨ ਦੇ ਵਿੱਚ ਨਹੀਂ ਹੈ। ਉਹ $10 ਮਿਲੀਅਨ ਦਾ ਨੋਟ ਹੈ ਸਭ ਤੋਂ ਉੱਪਰ। ਉਸ ਤੋਂ ਹੇਠਾਂ ਆ ਜਾਓ $50 ਮਿਲੀਅਨ, ਅਤੇ ਇਹ $200 ਮਿਲੀਅਨ ਦਾ ਨੋਟ। ਤੁਸੀਂ ਸ਼ਾਇਦ ਜ਼ਿੰਦਗੀ 'ਚ ਇਹ ਨੋਟ ਪਹਿਲੀ ਵਾਰੀ ਦੇਖ ਰਹੇ ਹੋਵੋਗੇ ਕਿ ਇੰਨੀ ਅਮਾਊਂਟ ਦੇ ਵੀ ਨੋਟ ਹੁੰਦੇ ਨੇ। ਜ਼ਿੰਬਾਬਵੇ ਦੀ ਕਰੰਸੀ ਸੀ ਅਤੇ $500 ਮਿਲੀਅਨ ਦਾ ਨੋਟ ਹੈ, ਇਹ $5 ਬਿਲੀਅਨ ਦਾ ਨੋਟ ਹੈ। ਔਰ ਅੱਗੇ ਇਹ ਦੇਖੋ, ਥੋੜ੍ਹਾ ਕਲੋਜ਼ ਕਰਕੇ ਦਿਖਾਓ, ਇਹ $25 ਬਿਲੀਅਨ ਦਾ ਨੋਟ ਹੈ। ਇਹ ਜ਼ਿੰਬਾਬਵੇ ਦੀ ਕਰੰਸੀ ਦੇ ਚੈੱਕ ਨੇ, 50 ਬਿਲੀਅਨ ਡਾਲਰਸ ਹੈ। ਅਤੇ ਇਹ ਦੇਖੋ ਰਿਜ਼ਰਵ ਬੈਂਕ ਆਫ ਜ਼ਿੰਬਾਬਵੇ $10 ਬਿਲੀਅਨ ਦਾ ਨੋਟ। ਥੋੜ੍ਹਾ ਹੋਰ ਹੇਠਾਂ ਆਓ, ਇਹ $20 ਬਿਲੀਅਨ ਦਾ ਨੋਟ। ਇਹ ਹੱਦ ਹੋ ਗਈ ਦੇਖੋ, 100 ਬਿਲੀਅਨ ਡਾਲਰਸ। ਔਰ ਇਸ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ $10 ਟ੍ਰਿਲੀਅਨ। ਦੇਖੋ ਧਿਆਨ ਨਾਲ, ਇਹ ਨੋਟ ਹੈ ਜ਼ਿੰਬਾਬਵੇ ਦਾ $10 ਟ੍ਰਿਲੀਅਨ। ਅਤੇ ਇਹ ਇਹਦਾ ਇੱਧਰਲਾ ਪਾਸਾ ਹੈ। ਇਹ ਜ਼ਿੰਬਾਬਵੇ ਦੀਆਂ ਤਸਵੀਰਾਂ, ਇਹਨਾਂ ਨੋਟਾਂ ਦਾ ਇੱਧਰਲਾ ਪਾਸਾ ਵੀ ਦਿਖਾ ਦੇਵਾਂ ਤੁਹਾਨੂੰ। ਅਤੇ ਜ਼ਿੰਬਾਬਵੇ ਬਾਰੇ, ਮੈਂ ਜ਼ਿੰਬਾਬਵੇ ਦੀ ਕਰੰਸੀ ਬਾਰੇ, ਜਦੋਂ ਇੱਥੋਂ ਦੇ ਸ਼ੋਰਟ ਚੱਲ ਰਹੇ ਨੇ, ਮੈਂ ਜ਼ਿੰਬਾਬਵੇ ਦੀ ਕਰੰਸੀ ਬਾਰੇ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਇਹ 2009 ਤੱਕ ਇਹ ਕਰੰਸੀ ਜਿਹੜੀ ਸੀ ਜ਼ਿੰਬਾਬਵੇ ਦੇ ਵਿੱਚ ਪ੍ਰਚਲਨ ਦੇ ਵਿੱਚ ਸੀ। ਔਰ ਇਸ ਤੋਂ ਬਾਅਦ ਜਿਹੜਾ ਮੁਗਾਬੇ ਸਰਕਾਰ ਨੇ ਇਸ ਕਰੰਸੀ ਨੂੰ ਬੈਨ ਕਰ ਦਿੱਤਾ, ਅਤੇ ਇਸ ਤੋਂ ਬਾਅਦ ਜਿਹੜਾ ਨਵੀਂ ਕਰੰਸੀ ਜਿਹੜੀ ਉਹ ਜਿਹੜੀ ਲਾਗੂ ਕੀਤੀ ਗਈ, ਉਹ US ਡਾਲਰ ਜਿਹੜਾ ਇੱਥੇ ਲਾਗੂ ਕਰ ਦਿੱਤਾ ਗਿਆ। ਜ਼ਿੰਬਾਬਵੇ ਨੇ ਆਪਦੀ ਕਰੰਸੀ ਖਤਮ ਕਰ ਦਿੱਤੀ, ਕਿਉਂਕਿ ਕਰੰਸੀ ਦੇ ਵਿੱਚ ਇੱਕ ਉੱਥੋਂ ਦੀ ਤਸਵੀਰ ਦਿਖਦੀ ਹੈ ਕਿਸੇ ਵੀ ਦੇਸ਼ ਦੀ ਇਕੋਨਮੀ ਦੀ। ਜਿੰਨੇ ਵੱਡੀ ਅਮਾਊਂਟ ਦੇ ਨੋਟ ਹੋਣਗੇ, ਸਮਝ ਲਓ ਉੱਥੋਂ ਦੀ ਕਰੰਸੀ, ਉੱਥੋਂ ਦੀ ਜਿਹੜੀ ਇਕੋਨਮੀ ਆ ਓਨੀ ਪੂਅਰ ਹੈ। ਸੋ ਇੱਕ ਸਮਾਂ ਇਹੋ ਜਿਹਾ ਆਇਆ ਕਿ ਇੰਨੇ ਵੱਡੇ ਨੋਟ ਜਾਰੀ ਕਰਨ ਤੋਂ ਬਾਅਦ ਜ਼ਿੰਬਾਬਵੇ ਸਰਕਾਰ ਨੂੰ ਬਿਲਕੁਲ ਬੈਕ ਫੁੱਟ 'ਤੇ ਆਉਣਾ ਪਿਆ। ਜ਼ਿੰਬਾਬਵੇ ਸਰਕਾਰ ਨੇ ਇਸ ਆਪਣੀ ਕਰੰਸੀ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ। ਔਰ ਤੁਹਾਨੂੰ ਇਹ ਦੱਸ ਦਈਏ ਕਿ ਜਿਹੜਾ ਕਹਿ ਲਈਏ ਇਹ $10 ਟ੍ਰਿਲੀਅਨ ਦਾ ਨੋਟ ਹੈ, ਇਹ ਵੀ $1 ਤੋਂ ਘੱਟ ਦੇ ਵਿੱਚ ਵਾਪਸ ਕੀਤਾ ਜਾ ਸਕਦਾ ਸੀ। ਜਦੋਂ ਕਰੰਸੀ ਵਾਪਸ ਲਈ ਗਈ ਜ਼ਿੰਬਾਬਵੇ ਸਰਕਾਰ ਵੱਲੋਂ 2011 ਦੇ ਵਿੱਚ ਲਾਸਟ ਇਹ ਐਲਾਨ ਕੀਤਾ ਗਿਆ ਸੀ ਕਿ ਜਿਸਨੇ ਵੀ ਜ਼ਿੰਬਾਬਵੀਅਨ ਕਰੰਸੀ ਜਿਹੜੀ ਹੈ ਉਹ ਚੇਂਜ ਕਰਨੀ ਹੈ ਪ੍ਰਚਲਿਤ US ਡਾਲਰ ਦੇ ਨਾਲ, ਤਾਂ ਉਹਨਾਂ ਨੂੰ ਇੰਨੀ ਕੀਮਤ ਮਿਲੇਗੀ ਜ਼ਿੰਬਾਬਵੀਅਨ ਡਾਲਰ ਦੀ ਕਿ $10 ਟ੍ਰਿਲੀਅਨ ਦਾ ਇਹ ਨੋਟ ਇੱਕ US ਡਾਲਰ ਦੇ ਬਰਾਬਰ ਵੀ ਨਹੀਂ ਸੀ। ਸੋ ਸਮਝ ਸਕਦੇ ਹੋ ਕਿ ਦੇਸ਼ ਦੀ ਇਕੋਨਮੀ ਕਿੱਥੇ ਚਲੀ ਗਈ ਸੀ। ਗਲਤ ਨੀਤੀਆਂ ਨਾਲ, ਗਲਤ ਆਰਥਿਕ ਨੀਤੀਆਂ ਨਾਲ ਕਿਸੇ ਦੇਸ਼ ਦੀ ਇਕੋਨਮੀ ਜਿਹੜੀ ਡੁੱਬਦੀ ਹੈ। ਵੱਡੇ ਨੋਟ ਚਲਾਉਣਾ ਕੋਈ ਕਿਸੇ ਦੇਸ਼ ਦੀ ਇਕੋਨਮੀ ਦਾ ਸ਼ੀਸ਼ਾ ਨਹੀਂ ਹੁੰਦੀ, ਬਲਕਿ ਕਹਿ ਲਈਏ ਕਿ ਸ਼ੀਸ਼ਾ ਤਾਂ ਹੁੰਦੀ ਹੈ, ਪਰ ਉਹ ਡਾਊਨ ਜਾਣ ਦਾ ਸ਼ੀਸ਼ਾ ਹੁੰਦੀ ਹੈ ਕਿ ਉਹ ਡਾਊਨ ਜਾ ਰਹੀ ਹੈ। ਸੋ ਇਸੇ ਕਰਕੇ, ਔਰ ਕਿਉਂਕਿ ਵੱਡੇ ਨੋਟ ਸਟੋਰ ਕਰਨੇ ਆਸਾਨ ਨੇ, ਬਲੈਕੀਆਂ ਨੂੰ ਸੌਖਾ ਹੋ ਜਾਂਦਾ। ਅਤੇ ਤੁਹਾਨੂੰ ਦਿਖਾਉਂਦੇ ਹਾਂ ਇੱਕ ਖਾਸ ਚੀਜ਼ ਇਸ ਕਰੰਸੀ ਦੇ ਵਿੱਚ ਕਿ ਇੰਨੀਆਂ ਸੁੰਦਰ ਤਸਵੀਰਾਂ, ਕਿਉਂਕਿ ਜਿਹੜੇ ਕਰੰਸੀ ਹੁੰਦੀ ਹੈ ਉਹ ਇੱਕ ਦੇਸ਼ ਦਾ ਸ਼ੀਸ਼ਾ ਹੁੰਦੀ ਹੈ, ਜਿਵੇਂ ਮੈਂ ਪਹਿਲਾਂ ਕਿਹਾ ਕਿ। ਔਰ ਨਾਲ ਹੀ ਇਹ ਵੀ ਦੱਸਦੇ ਹਾਂ ਕਿ ਨੋਟਾਂ ਦੇ ਉੱਪਰ ਵੀ ਕਾਫੀ ਕੁਛ ਉੱਥੋਂ ਦੇ ਦੇਸ਼ ਦੀ ਵਿਰਾਸਤ ਜਿਹੜੀ ਦਿਖਦੀ ਹੈ ਨੋਟਾਂ ਦੀ ਬਣਾਵਟ ਤੋਂ, ਉੱਥੋਂ ਦੀ ਜਿਹੜੇ ਵਿਰਾਸਤ ਦੇ ਨਾਲ ਉੱਥੋਂ ਦੇ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਨੂੰ ਦਿਖਦੀਆਂ ਨੇ, ਉੱਥੋਂ ਦੇ ਲੋਕਾਂ ਦੀ ਆਰਥਿਕਤਾ, ਉਹ ਤਸਵੀਰਾਂ ਸਾਨੂੰ ਦਿਖਦੀਆਂ ਨੇ। ਜਿਵੇਂ ਅਸੀਂ US ਡਾਲਰ ਦੇ ਉੱਤੇ ਇਹ ਮਤਲਬ ਮਹਾਰਾਣੀ ਦੀ ਤਸਵੀਰ ਦੇਖਦੇ ਹਾਂ, ਕੈਨੇਡੀਅਨ ਡਾਲਰ ਦੇ ਉੱਤੇ ਉੱਥੋਂ ਦੇ ਨੇਤਾਵਾਂ ਦੀਆਂ ਤਸਵੀਰਾਂ ਦੇਖਦੇ ਹਾਂ। ਅਤੇ ਇੱਧਰ ਸਾਡੇ ਕੋਲ ਯੇਨ ਵੀ ਮੌਜੂਦ ਸੀ, ਹੁਣੇ ਤੁਹਾਨੂੰ ਦਿਖਾਉਂਦੇ ਹਾਂ ਚੀਨ ਦੀ ਕਰੰਸੀ। ਅਤੇ ਆਹ ਦੇਖੋ, ਆਹ ਚਾਈਨਾ ਦੀ ਕਰੰਸੀ ਹੈ। ਅਤੇ ਹਾਂ, ਇਹ ਯੇਨ, ਕਿਉਂਕਿ ਯੇਨ ਚੱਲਦਾ ਉੱਥੇ। ਹਰ ਦੇਸ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਕਰੰਸੀ ਜਿਹੜੀ ਉਹ ਚੱਲਦੀ ਹੈ। ਜਿਵੇਂ ਭਾਰਤ ਦੇ ਵਿੱਚ ਰੁਪਏ ਚੱਲਦੇ ਨੇ, ਅਤੇ ਹਰ ਦੇਸ਼ ਦੀ ਜਿਹੜੀ ਕਰੰਸੀ ਹੈ ਉਹਦੇ ਨਾਮ ਦਾ ਇੰਟਰਨੈਸ਼ਨਲ ਕੋਡ ਹੁੰਦਾ ਇੱਕ। ਜਿਵੇਂ ਭਾਰਤੀ ਰੁਪਈਏ ਨੂੰ ਇੰਡੀਅਨ ਰੁਪੀਜ਼ ਕਿਹਾ ਜਾਂਦਾ, INR, ਅਤੇ ਇਸੇ ਤਰ੍ਹਾਂ ਹੀ ਯੂਰੋ ਨੂੰ EUR, ਅਤੇ ਇਸੇ ਤਰ੍ਹਾਂ ਹੀ ਡਾਲਰ ਨੂੰ। ਅਤੇ ਆਹ ਦੇਖੋ, ਇਹ ਯੇਨ ਤੁਹਾਨੂੰ ਦਿਖਾ ਦਈਏ, ਇਹ ਚਾਈਨਾ ਦੀ ਕਰੰਸੀ ਹੈ। ਜਿਸ ਤਰ੍ਹਾਂ ਇਹ ਦੇਖੋ, 1 ਯੇਨ ਦਾ ਨੋਟ ਹੈ 5, ਅਤੇ ਇੱਧਰ ਇਹ ਵੀ 5 ਯੇਨ ਦਾ ਨੋਟ ਹੈ 50 ਔਰ 100। ਇਹਦੇ ਉੱਪਰ ਚੀਨੀ ਨੇਤਾਵਾਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ।
ਤੇ ਕੁਛ ਜਾਣੀ ਮੈਂ ਜਿਵੇਂ ਪਹਿਲਾਂ ਕਿਹਾ ਕਿ ਇਹ ਜਿਹੜੀ ਹੈ ਸਾਡੀ ਵਿਰਾਸਤ ਦੀ ਤਸਵੀਰ ਵੀ ਪੇਸ਼ ਕਰਦੀ ਹੈ ਸਾਡੀ ਕਰੰਸੀ। ਆ ਦੇਖੋ ਕਈ ਨੋਟ ਤਾਂ ਇੰਨੇ ਸੋਹਣੇ ਨੇ ਕਿ ਦੇਖਣ ਨੂੰ ਦਿਲ ਕਰਦਾ ਹੈ ਜਿਵੇਂ ਸਕੈਨ ਕਰਕੇ ਵੈਸੇ ਤਸਵੀਰਾਂ ਕੱਢੀਆਂ ਹੋਣ। ਇਹ ਦੇਖੋ ਐਮਾਜ਼ੋਨਜ਼ ਤੇ ਦੀ ਤਸਵੀਰ ਹੈ ਇਹ $5 ਦਾ ਨੋਟ ਹੈ ਤੇ ਇਸੇ ਤਰ੍ਹਾਂ ਹੀ ਐਂਟਾਰਕਟਿਕਾ ਦੀ ਤਸਵੀਰ ਦੇਖੋ $1 ਕਿੰਨਾ ਸੋਹਣਾ। ਇਹ ਪਲਾਸਟਿਕ ਦਾ ਨੋਟ ਹੈ। ਹਾਲਾਂਕਿ ਇੰਡੀਆ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਰੰਸੀ ਪਲਾਸਟਿਕ ਦੇ ਨੋਟਾਂ ਸ਼ੁਰੂ ਕਰਨ ਦੀ ਸੀ। ਪੈਂਗੁਇਨ ਦੀਆਂ ਤਸਵੀਰਾਂ ਦੇਖੋ ਕਿੰਨੀਆਂ ਸੋਹਣੀਆਂ ਜਿਹੜੀਆਂ ਨੇ ਉਹ $1 ਦੇ ਉੱਪਰ ਛਪੀਆਂ ਹੋਈਆਂ ਨੇ। ਅੰਟਾਰਕਟਿਕਾ ਜਿੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ ਔਰ ਇਹ ਆਰਕਟਿਕ ਇਹ ਦੇਖੋ ਕਿੰਨਾ ਸੋਹਣਾ ਨੋਟ ਹੈ, ਵਾਰ-ਵਾਰ ਦੇਖਣ ਨੂੰ ਦਿਲ ਕਰਦਾ ਹੈ। ਤੇ $1 ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਉੱਥੋਂ ਦੇ ਉਸ ਦੇਸ਼ ਦੀ ਵਿਰਾਸਤ, ਉੱਥੋਂ ਦੇ ਰੁਝੇਵਿਆਂ, ਉੱਥੋਂ ਦੇ ਜਿਹੜੀ ਹੈ ਇਤਿਹਾਸ ਨੂੰ ਬਿਆਨ ਕਰਨ ਵਾਲੀ ਕਰੰਸੀ ਹੁੰਦੀ ਹੈ। ਇਹ ਦੇਖੋ ਇਹ ਈਸਟਰ ਆਈਸਲੈਂਡ ਹੈ। ਕਿੰਨੀ ਸੋਹਣੀ ਤਸਵੀਰ ਜਿਹੜੀ ਹੈ 500 ਰੋਂਗੋ ਇੱਥੇ ਕਰੰਸੀ ਜਿਹੜੀ ਹੈ ਰੋਂਗੋ ਚੱਲਦੀ ਹੈ। 500 ਰੋਂਗੋ ਦੀ ਤਸਵੀਰ ਦੇਖੋ। ਇੱਧਰ ਵੀ ਦੇਖੋ ਉੱਥੋਂ ਦੀ ਆਰਟ ਤੇ ਨਾਲ ਹੀ ਉੱਥੋਂ ਦੇ ਵਸਨੀਕ ਦੀ ਤਸਵੀਰ। ਤੇ ਇਸੇ ਤਰ੍ਹਾਂ ਹੀ ਇਹ ਵੀ ਦੇਖੋ, ਤੁਸੀਂ ਦੇਖੋਗੇ ਤਾਂ ਦੇਖਦੇ ਰਹਿ ਜਾਓਗੇ ਕਿ ਇਸ ਤਰ੍ਹਾਂ ਦੀ ਕਰੰਸੀ ਵੀ ਹੁੰਦੀ ਹੈ, ਇਸ ਤਰ੍ਹਾਂ ਦੇ ਨੋਟ ਵੀ ਹੁੰਦੇ ਨੇ ਇੰਨੇ ਸੋਹਣੇ। ਔਰ ਇਹ ਕੱਛੂ ਕੁੰਮੇ ਦੀ ਤਸਵੀਰ ਜਿਹੜੀ ਹੈ ਉਹ ਬਣਾਈ ਗਈ ਹੈ। ਔਰ ਇਹ ਦੇਖੋ ਸੈਂਟ ਫਰੈਂਕ ਤੇ ਅੱਗੇ ਉੱਪਰ ਤੱਕ ਬਹੁਤ ਮਤਲਬ ਉੱਥੋਂ ਦੀ ਇੱਕ ਤਰ੍ਹਾਂ ਨਾਲ ਆਰਟ ਨੂੰ ਵੀ ਇਹ ਬਿਆਨ ਕਰਦੇ ਨੇ, ਉੱਥੋਂ ਦੇ ਲੋਕਾਂ 'ਚ ਕਿਸ ਤਰ੍ਹਾਂ ਦੀ ਕਲਾ ਹੈ, ਇਹਨਾਂ ਚੀਜ਼ਾਂ ਨੂੰ ਵੀ ਬਿਆਨ ਕਰਦੀ ਹੈ ਉੱਥੋਂ ਦੀ ਕਰੰਸੀ ਜਿਹੜੀ ਹੈ। ਤੇ ਨਾਲ ਹੀ ਉੱਥੋਂ ਦੇ ਮਹਾਨ ਨੇਤਾਵਾਂ ਦੀਆਂ ਤਸਵੀਰਾਂ ਅਕਸਰ ਜਿਹੜੀਆਂ ਹਰ ਦੇਸ਼ ਦੀ ਕਰੰਸੀ ਦੇ ਉੱਤੇ ਤੁਹਾਨੂੰ ਮਿਲਦੀਆਂ ਨੇ। ਜਿਸ ਤਰ੍ਹਾਂ ਇਹ ਹੈ ਭੂਟਾਨ ਦੀ ਕਰੰਸੀ ਹੈ ਤੇ ਇਹਦੇ ਉੱਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇੱਧਰ ਇਹ ਦੇਖ ਸਕਦੇ ਹੋ ਵੈਨਜ਼ੂਏਲਾ ਦੇ ਜਿਹੜੀ ਹੈ ਇੱਥੇ ਬੋਲੀਵਰ ਕਰੰਸੀ ਚੱਲਦੀ ਹੈ ਤੇ ਇਹ ਦੇਖ ਸਕਦੇ ਹੋ ਕਿਉਂਕਿ ਹਰ ਦੇਸ਼ ਦੇ ਵਿੱਚ ਅਲੱਗ-ਅਲੱਗ ਕਰੰਸੀ ਹੈ। ਕਿਸੇ ਥਾਂ ਤੇ ਡਾਲਰ ਹੈ, ਕਿਸੇ ਥਾਂ ਤੇ ਯੂਰੋ ਹੈ, ਪੇਸਾ ਹੈ ਕਿਸੇ ਥਾਂ ਤੇ ਕਿਸੇ ਦਿਨਾਰ। ਸੋ ਇਹ ਅਲੱਗ-ਅਲੱਗ ਤਸਵੀਰਾਂ ਨੇ। ਇੱਕ ਤੁਹਾਨੂੰ ਜੋ ਖਾਸ ਚੀਜ਼ ਦਿਖਾਉਣੀ ਚਾਹੁੰਦੇ ਹਾਂ, ਜਦੋਂ ਕਰੰਸੀ ਦੀ ਗੱਲ ਚੱਲਦੀ ਹੈ ਤਾਂ ਭਾਰਤੀ ਕਰੰਸੀ ਦੇ ਵਿੱਚ ਇੱਕ ਦੌਰ ਅਜਿਹਾ ਵੀ ਆਇਆ ਸੀ ਜਦੋਂ ਕੱਪੜਾ ਖਰੀਦਣ ਲਈ ਅਲੱਗ ਕਰੰਸੀ ਜਿਹੜੀ ਸੀ ਉਹ ਜਾਰੀ ਕੀਤੀ ਜਾਂਦੀ ਸੀ। ਮੈਂ ਤੁਹਾਨੂੰ ਦਿਖਾਵਾਂ ਤਸਵੀਰ। ਦੇਖੋ ਇਹ $10 ਦਾ ਨੋਟ ਹੈ। ਇਹਨੂੰ ਖਾਦੀ ਹੁੰਡੀ ਕਿਹਾ ਜਾਂਦਾ ਸੀ। ਭਾਰਤ ਦੇ ਇਤਿਹਾਸ ਦੇ ਵਿੱਚ ਇਹ ਸਪੈਸ਼ਲ ਨੋਟ ਸੀਗਾ ਜੋ ਸਿਰਫ ਕੱਪੜਾ ਖਰੀਦਣ ਦੇ ਲਈ ਇਹ ਨੋਟ ਛਾਪਿਆ ਗਿਆ ਸੀ। ਇਸ ਦਾ ਕੱਪੜਾ ਹੀ ਖਰੀਦਿਆ ਜਾ ਸਕਦਾ ਸੀ, ਖਾਦੀ ਕੱਪੜਾ। ਇਸ ਨੂੰ ਖਾਦੀ ਹੁੰਡੀ ਕਿਹਾ ਗਿਆ। $10 ਦਾ ਨੋਟ ਤੁਸੀਂ ਦੇਖ ਸਕਦੇ ਹੋ ਤੇ ਇਹ $5 ਦਾ ਨੋਟ ਹੈ। ਇਹਦੇ ਉੱਤੇ ਨਾਲ ਹੀ ਤੁਸੀਂ ਦੇਖਿਆ ਦੇਖੋ ਖਾਦੀ ਹੁੰਡੀ ਲਿਖਿਆ ਦੋਵੇਂ ਪਾਸੇ ਤੇ ਨਾਲ ਤਸਵੀਰਾਂ ਛਾਪੀਆਂ ਨੇ ਖਾਦੀ ਤਿਆਰ ਕਰਨ ਦੀਆਂ। ਤੇ ਇਹ ਨੋਟ ਹੈ, ਇਹ ਭਾਰਤ ਦੇ ਵਿੱਚ ਕਿਸੇ ਵੇਲੇ ਚੱਲਿਆ ਸੀ ਸਿਰਫ ਕੱਪੜਾ ਖਰੀਦਣ ਲਈ। ਸੋ ਤਸਵੀਰਾਂ ਦੇਖੋ ਕਿੰਨੀਆਂ ਸ਼ਾਨਦਾਰ ਨੇ ਔਰ ਇਹ ਅਨਮੋਲ ਖਜ਼ਾਨਾ ਸਾਂਭਣ ਤੇ ਕੋਈ 1-2 ਦਿਨਾਂ ਦੇ ਵਿੱਚ ਜਾਂ 1-2 ਮਹੀਨਿਆਂ ਦੇ ਵਿੱਚ ਇਹ ਅਨਮੋਲ ਖਜ਼ਾਨਾ ਤਿਆਰ ਨਹੀਂ ਹੋਇਆ। ਇਹਦੇ ਵਾਸਤੇ ਸਾਲਾਂ ਬੱਧੀ ਮਿਹਨਤ ਜਿਹੜੀ ਹੈ ਉਹ ਕਮਲ ਵਧਵਾ ਦੀ ਲੱਗੀ ਹੈ। ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕਿ ਆਖਿਰ ਕਿਵੇਂ ਇਹ ਇੰਨਾ ਵੱਡਾ ਅਨਮੋਲ ਖਜ਼ਾਨਾ ਤੁਸੀਂ ਤਿਆਰ ਕੀਤਾ ਹੈ। ਹਰ ਦੇਸ਼ ਦਾ ਨੋਟ ਤੁਸੀਂ ਦੇਖ ਸਕਦੇ ਹੋ, ਚਾਹੇ ਉਹ ਚੀਨ ਹੋਵੇ, ਜਾਪਾਨ ਹੋਵੇ, ਇੰਡੋਨੇਸ਼ੀਆ ਹੋਵੇ। ਤੇ ਮਹਿੰਗਾ ਤੋਂ ਮਹਿੰਗਾ ਨੋਟ ਜਿਹੜਾ ਔਰ ਸਸਤਾ ਤੋਂ ਸਸਤਾ ਨੋਟ ਹੈ। ਇਵਨ ਕਿ ਜਿਵੇਂ ਜ਼ਿੰਬਾਬਵੇ ਦੀ ਕਰੰਸੀ ਹੈ, ਇਹ ਆਪਣੇ ਆਪ 'ਚ ਇੱਕ ਹੋਰ ਚੀਜ਼ ਬਿਆਨ ਕਰਦੀ ਹੈ। ਰਸ਼ੀਆ ਦੀ ਕਰੰਸੀ ਹੈ, ਉਹ ਦੇਖੋ ਪਹਿਲਾਂ ਮੈਂ ਉੱਪਰੋਂ ਦਿਖਾ ਦੇਵਾਂ ਤੁਹਾਨੂੰ। ਉਹ ਰਸ਼ੀਆ ਦੇ ਪੁਰਾਣੇ ਰੂਬਲ, ਕਿਉਂਕਿ ਰਸ਼ੀਆ ਦੇ ਵਿੱਚ ਕਰੰਸੀ ਜਿਹੜੀ ਚੱਲਦੀ ਹੈ ਰੂਬਲ ਚੱਲਦੀ ਹੈ। ਤੇ ਰਸ਼ੀਆ ਦੇ ਜਿਹੜੇ ਨਾਲ ਪਹਿਲਾਂ ਸੋਵੀਅਤ ਸੰਘ ਦੇ ਵਿੱਚ ਦੇਸ਼ ਰਹੇ ਨੇ, ਉੱਥੇ ਵੀ ਕਈ ਦੇਸ਼ਾਂ ਦੇ ਵਿੱਚ ਅੱਜ ਵੀ ਰੂਬਲ ਕਰੰਸੀ ਚੱਲਦੀ ਹੈ। ਉਹਨਾਂ ਦੇ ਆਪਦੇ ਰੂਬਲ ਨੇ। ਹਾਲਾਂਕਿ ਜਿੱਦਾਂ ਭਾਰਤ ਦੇ ਵਿੱਚ ਇੰਡੀਅਨ ਰੂਪੀ ਹੁੰਦਾ ਹੈ, ਪਾਕਿਸਤਾਨ ਦੇ ਵਿੱਚ ਪਾਕਿਸਤਾਨ ਰੂਪੀ ਹੈ ਤੇ ਇਸੇ ਤਰ੍ਹਾਂ ਹੀ ਬੰਗਲਾਦੇਸ਼ ਦੇ ਵਿੱਚ
ਆਪਣਾ ਜਿਹੜਾ ਉਹ ਟਕਾ ਦੀ ਕਰੰਸੀ ਜਿਹੜੀ ਚੱਲਦੀ ਹੈ। ਇੱਕ ਮੈਂ ਇੱਕ ਵਾਰੀ ਉਧਰ ਆਪਾਂ ਰਸ਼ੀਅਨ 'ਤੇ ਵੀ ਆਵਾਂਗੇ, ਅਤੇ ਇੱਕ ਵਾਰੀ ਤੁਹਾਨੂੰ ਥੋੜ੍ਹਾ ਗੁਆਂਢੀ ਦੇਸ਼ਾਂ ਦਾ ਮੈਂ ਦਿਖਾ ਦੇਵਾਂ। ਇਹ ਦੇਖੋ, ਇਹ ਵਰਮਾ ਦੀ ਕਰੰਸੀ ਹੈ। ਮੇਰੇ ਸਹਿਯੋਗੀ ਨੂੰ ਕਹੂੰਗਾ ਦਿਖਾਵੇ। ਇਹ ਵਰਮਾ ਦੀ ਕਰੰਸੀ ਹੈ ਸਾਰੀ। ਆ ਵਰਮਾ ਦੇ ਨੇਤਾ ਜਿਹੜੇ ਮਿਆਂਮਾਰ, ਅੱਜ ਕੱਲ੍ਹ ਮਿਆਂਮਾਰ ਕਿਹਾ ਜਾਂਦਾ, ਅੱਜ ਕੱਲ੍ਹ ਮਿਆਂਮਾਰ ਇਸ ਨੂੰ ਕਿਹਾ ਜਾਂਦਾ। ਅਤੇ ਇਹ ਸਾਰੀ ਬਰਮਾ ਦੀ ਕਰੰਸੀ ਹੈ। ਆ ਦੇਖੋ, ਇਹ ਉੱਥੋਂ ਦੀਆਂ ਤਸਵੀਰਾਂ ਜਿਹੜੀਆਂ ਨੇ ਛਾਪੀਆਂ ਗਈਆਂ ਨੇ, ਅਤੇ ਇੱਥੇ ਵੀ 10,000 ਤੱਕ ਦਾ ਜਿਹੜਾ ਨੋਟ ਬਰਮਾ ਦੇ ਵਿੱਚ ਵੀ ਮਿਲਦਾ। ਔਰ ਅੱਗੇ ਇਸ ਦਾ ਦੂਸਰਾ ਪਾਸਾ ਤੁਹਾਨੂੰ ਦਿਖਾਉਂਦੇ ਹਾਂ। ਇਸ ਦੇ ਵਿੱਚ ਖਾਸ ਚੀਜ਼ ਇਹ ਹੈ ਕਿ ਇੱਧਰਲੇ ਪਾਸੇ ਤੁਸੀਂ ਦੇਖਿਆ ਕਿ ਇੰਗਲਿਸ਼ ਵਰਤੀ ਗਈ ਹੈ, ਅੰਗਰੇਜ਼ੀ, ਕਿਉਂਕਿ ਇੰਟਰਨੈਸ਼ਨਲ ਲੈਂਗੁਏਜ ਦੇ ਤੌਰ 'ਤੇ ਇੰਗਲਿਸ਼ ਨੂੰ ਲਿਆ ਜਾਂਦਾ ਹੈ। ਇੱਧਰਲੇ ਪਾਸੇ ਇੰਗਲਿਸ਼ ਹੈ, ਔਰ ਇੱਧਰਲੇ ਪਾਸੇ ਮਿਆਂਮਾਰ ਦੀ ਸਾਰੀ ਸਥਾਨਕ ਭਾਸ਼ਾ। ਇੱਧਰ ਤੁਹਾਨੂੰ ਅੰਗਰੇਜ਼ੀ ਦਾ ਇੱਕ ਵੀ ਅੱਖਰ ਨਹੀਂ ਮਿਲੂਗਾ। ਤੁਸੀਂ ਧਿਆਨ ਨਾਲ ਦੇਖੋ, 10,000 ਦਾ ਨੋਟ, ਚਾਹੇ 5,000 ਦਾ, 1,000 ਦਾ ਜਾਂ 500 ਦਾ, ਕਿਸੇ ਵੀ ਨੋਟ ਦੇ ਉੱਤੇ ਤੁਹਾਨੂੰ ਇੰਗਲਿਸ਼ ਲਿਖੀ ਨਹੀਂ ਮਿਲੇਗੀ ਇੱਧਰਲੇ ਪਾਸੇ। ਅਤੇ ਸਿਰਫ ਬਰਮਾ ਦਾ ਜਿਹੜਾ ਚਿੰਨ੍ਹ ਹੈ ਉਹ ਮਿਲੂਗਾ, ਰਾਸ਼ਟਰੀ ਚਿੰਨ੍ਹ, ਅਤੇ ਉਸ ਦੇ ਨਾਲ ਹੀ ਜਿਹੜਾ ਉੱਥੋਂ ਦੀ ਭਾਸ਼ਾ ਦੇ ਵਿੱਚ ਜੋ ਵੀ ਲਿਖਿਆ ਉਹ ਹੈ। ਅਤੇ ਦੂਜੇ ਪਾਸੇ ਸਿਰਫ ਇੰਗਲਿਸ਼, ਇੱਧਰ ਇੰਗਲਿਸ਼ ਦੇ ਵਿੱਚ, ਕਿਉਂਕਿ ਇੰਟਰਨੈਸ਼ਨਲ ਲੈਂਗੁਏਜ ਦੇ ਤੌਰ 'ਤੇ ਵਰਤਿਆ ਜਾਂਦਾ। ਪਰ ਕਈ ਦੇਸ਼ਾਂ ਦੇ ਵਿੱਚ, ਜ਼ਿਆਦਾਤਰ ਦੇਸ਼ ਇਹ ਨੇ ਕਿ ਇੰਗਲਿਸ਼ ਨੂੰ ਬਰਾਬਰ ਤਵੱਜੋ ਦਿੰਦੇ ਨੇ, ਕਿਉਂਕਿ ਇੰਟਰਨੈਸ਼ਨਲ ਲੈਣ ਦੇਣ ਹੋਣਾ ਹੁੰਦਾ। ਅਤੇ ਇੱਧਰ ਇਹ ਰਸ਼ੀਅਨ ਰੂਬਲ ਨੇ, ਰਸ਼ੀਆ ਦੇ ਕਮਲ ਨੇ ਕਾਫੀ ਜਿਹੜੇ ਰੂਬਲ ਇਕੱਠੇ ਕੀਤੇ ਨੇ। ਇਹ ਵੀ ਕਮਲ ਤੋਂ ਜਾਣਾਂਗੇ ਕਿ ਰਸ਼ੀਆ ਦੇ ਜ਼ਿਆਦਾ ਕਿਉਂ ਇਕੱਠੇ ਕੀਤੇ ਨੇ। ਅਤੇ ਇਹ ਦੇਖੋ, ਹਰੇਕ ਦੇਸ਼ ਦੇ ਨੋਟਾਂ ਦੇ ਉੱਪਰ, ਹਰੇਕ ਦੇਸ਼ ਦੇ ਨੋਟਾਂ ਦੇ ਉੱਪਰ ਤੁਸੀਂ ਦੇਖੋਗੇ ਅਲੱਗ-ਅਲੱਗ ਨੇਤਾਵਾਂ ਦੀਆਂ, ਉੱਥੋਂ ਦੇ ਮਹਾਨ ਨੇਤਾਵਾਂ ਦੀਆਂ ਤਸਵੀਰਾਂ, ਉੱਥੋਂ ਦੀ ਜਿਹੜੀ ਹੈ ਉਹ ਮਹਾਨ ਨੇਤਾਵਾਂ ਦੀਆਂ ਤਸਵੀਰਾਂ, ਉੱਥੋਂ ਦੇ ਵਿਰਾਸਤੀ ਭਵਨਾਂ ਦੀਆਂ ਤਸਵੀਰਾਂ ਤੁਹਾਨੂੰ ਮਿਲਣਗੀਆਂ। ਹਾਲਾਂਕਿ ਭਾਰਤ ਦੇ ਨੋਟਾਂ 'ਤੇ ਵੀ ਪਹਿਲਾਂ ਇੱਦਾਂ ਹੀ ਹੁੰਦਾ ਸੀ, ਅਤੇ ਹੁਣ ਭਾਰਤ ਦੇ ਨੋਟਾਂ 'ਤੇ ਸਿਰਫ ਮਹਾਤਮਾ ਗਾਂਧੀ ਦੀ ਤਸਵੀਰ ਤੋਂ ਬਿਨਾਂ ਜ਼ਿਆਦਾ ਕੁਛ ਨਹੀਂ ਹੁੰਦਾ। ਪਹਿਲਾਂ 10 ਦੇ ਨੋਟਾਂ ਦੇ ਉੱਤੇ ਕਿਸਾਨ ਖੇਤੀ ਕਰਦੇ ਜਿਹੜੇ ਸੀ, ਉਹ ਆਮ ਕਰਕੇ ਨੋਟਾਂ ਦੇ ਉੱਤੇ ਕਿਸਾਨੀ ਦੀਆਂ ਤਸਵੀਰਾਂ ਬਹੁਤ ਸਾਰੀਆਂ ਹੁੰਦੀਆਂ ਸੀ। ਪਰ ਹੁਣ ਸਮੇਂ ਦੇ ਨਾਲ ਨਾਲ ਕਿਸਾਨੀ ਦੀਆਂ ਤਸਵੀਰਾਂ ਵੀ ਗਾਇਬ ਹੋਈਆਂ। ਪਹਿਲਾਂ ਬਹੁਤ ਸਾਰੇ ਹੋਰ ਵੀ ਐਲੀਜੀਬਲ ਨੇਤਾ ਸੀਗੇ ਜਿਨ੍ਹਾਂ ਦੀਆਂ ਤਸਵੀਰਾਂ ਨੋਟਾਂ ਦੇ ਉੱਤੇ ਕਦੇ ਛਪਣੀਆਂ ਚਾਹੀਦੀਆਂ ਸੀ। ਮਹਾਨ ਨੇਤਾ ਜਿਹੜੇ ਸੁਭਾਸ਼ ਚੰਦਰ ਬੋਸ, ਸ਼ਹੀਦ ਭਗਤ ਸਿੰਘ ਵਰਗੇ ਹੋਏ ਨੇ, ਅਤੇ ਕਿਤੇ ਨਾ ਕਿਤੇ ਹਿੱਸਾ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਸੀ, ਸਨਮਾਨ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਸੀ। ਪਰ ਹੁਣ ਜਦੋਂ ਦੇਸ਼ ਦੀ ਆਰਥਿਕਤਾ ਸ਼ੁਰੂ ਤੋਂ ਖੇਤੀ 'ਤੇ ਨਿਰਭਰ ਰਹੀ ਹੈ, ਤਾਂ ਭਾਰਤੀ ਨੋਟਾਂ ਦੇ ਉੱਤੇ ਅਸੀਂ ਦੇਖਿਆ ਕਿ ਪੁਰਾਤਨ ਨੋਟਾਂ ਦੇ ਉੱਤੇ ਜਿਹੜੀ ਸੀ ਉਹ ਆਮ ਕਰਕੇ ਕਿਸਾਨੀ ਦੀਆਂ ਤਸਵੀਰਾਂ ਹੁੰਦੀਆਂ ਸੀ। ਅਤੇ ਆਮ ਕਰਕੇ ਕਿਸਾਨ ਜਿਹੜੇ ਸੀ ਉਹ ਕੋਈ ਕਿਤੇ ਟਰੈਕਟਰ ਚਲਾਉਂਦਾ, ਦੇਖੋ ਇਹ 5 ਦੇ ਨੋਟ ਦੀ ਤਸਵੀਰ ਜਿਹੜੀ ਹੈ, ਕਿਸਾਨ ਟਰੈਕਟਰ ਚਲਾ ਰਿਹਾ ਹੈ। ਇਸ ਤਰ੍ਹਾਂ ਖੇਤੀ ਨਾਲ ਜੁੜੀਆਂ ਹੋਈਆਂ ਤਸਵੀਰਾਂ ਅਕਸਰ ਹੁੰਦੀਆਂ ਜੀ, ਕਿਉਂਕਿ ਸਾਡੀ ਆਰਥਿਕਤਾ, ਸਾਡੀ ਕਰੰਸੀ, ਸਾਡੇ ਨੋਟ, ਸਾਡਾ ਸਭ ਕੁਝ ਜਿਹੜਾ ਉਹ ਖੇਤੀ 'ਤੇ ਨਿਰਭਰ ਹੈ, ਸੀ ਅਤੇ ਰਹੇਗਾ। ਅਤੇ ਇਸ ਕਰਕੇ ਨੋਟਾਂ ਦੇ ਉੱਤੇ ਕਿਤੇ ਨਾ ਕਿਤੇ ਅਹਿਮੀਅਤ ਦਿੱਤੀ ਹੋਈ ਸੀ। ਨਾਲ ਹੀ ਇਹਨਾਂ ਨੋਟਾਂ ਦੇ ਉੱਤੇ ਇਹੋ ਜਿਹੇ ਅੰਦੋਲਨਾਂ ਨੂੰ, ਜਿਵੇਂ ਆ ਡਾਂਡੀ ਮਾਰਚ ਦੀਆਂ ਤਸਵੀਰਾਂ ਨੇ ਮਹਾਤਮਾ ਗਾਂਧੀ ਦੇ, ਉਹਨਾਂ ਨੂੰ ਵੀ ਥਾਂ ਦਿੱਤੀ ਹੋਈ ਸੀ। ਹਾਲਾਂਕਿ ਹੋਰ ਵੀ ਸ਼ਿਵਾਜੀ ਮਰਾਠਾ ਵਰਗੇ, ਗੁਰੂ ਗੋਬਿੰਦ ਸਿੰਘ ਵਰਗੇ ਬਹੁਤ ਸਾਰੇ ਜਿਹੜੇ ਮਹਾਨ ਜਿਹੜੇ ਹੋਏ ਨੇ ਅਤੇ ਹਸਤੀਆਂ, ਸ਼ਖਸੀਅਤਾਂ ਹੋਈਆਂ ਨੇ, ਉਹਨਾਂ ਦੀਆਂ ਤਸਵੀਰਾਂ ਛਪ ਸਕਦੀਆਂ ਸੀ। ਪਰ ਹੁਣ ਜਿਹੜਾ ਸਾਡੀ ਕਰੰਸੀ ਦੇ ਵਿੱਚੋਂ ਇਹ ਸਭ ਕੁਝ ਗਾਇਬ ਹੁੰਦਾ ਜਾ ਰਿਹਾ। ਸਾਡੀ ਕਰੰਸੀ ਦੇ ਉੱਤੇ ਸਿਰਫ ਇੱਕ ਮਹਾਤਮਾ ਗਾਂਧੀ ਦੀ ਤਸਵੀਰ ਅਤੇ ਰਾਸ਼ਟਰੀ ਚਿੰਨ੍ਹ ਛਪਦੀ ਜਾ ਰਹੀ ਹੈ। ਰੰਗ ਬਿਰੰਗੇ ਜ਼ਰੂਰ ਹੁੰਦੇ ਜਾ ਰਹੇ ਨੇ। ਅਤੇ ਇਹ ਭਾਰਤੀ ਕਰੰਸੀ ਦੀ ਗੱਲ ਕਰਦੇ ਹਾਂ, ਪਰ ਬਾਹਰਲੀ ਕਰੰਸੀ ਜਦੋਂ ਗੱਲ ਕਰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਹਰੇਕ ਦੇਸ਼ ਦੀ ਕਰੰਸੀ ਦੇ ਉੱਤੇ ਬਹੁਤ ਸਾਰੇ ਨੇਤਾਵਾਂ, ਬਹੁਤ ਸਾਰੀਆਂ ਉੱਥੋਂ ਦੀਆਂ ਵਿਰਾਸਤੀ ਭਵਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ। ਸੋ ਕਮਲ ਵਧਵਾ ਨਾਲ ਗੱਲ ਕਰਦੇ ਹਾਂ। ਇਹ ਸਾਰਾ ਅਨਮੋਲ ਖਜ਼ਾਨਾ ਹੈ, ਔਰ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਸਾਰਾ ਅਨਮੋਲ ਖਜ਼ਾਨਾ ਇਕੱਠਾ ਕਿਵੇਂ ਕੀਤਾ। ਸਾਡੇ ਨਾਲ ਕਮਲ ਵਧਵਾ ਮੌਜੂਦ ਨੇ, ਬਠਿੰਡਾ ਦੇ ਇਹ ਨੌਜਵਾਨ ਨੇ। ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਹ ਸਾਰਾ ਖਜ਼ਾਨਾ ਤਿਆਰ ਕੀਤਾ। ਤੁਸੀਂ ਹੈਰਾਨ ਹੋਏ ਹੋਵੋਗੇ ਕਿ ਇੰਨੇ 200 ਤੋਂ ਵੱਧ ਦੇਸ਼ਾਂ ਦੇ ਨੋਟ, ਭਾਰਤ ਦੇ ਪੁਰਾਤਨ ਸਿੱਕੇ ਇਕੱਠੇ ਕਰਨ 'ਤੇ ਤੁਸੀਂ ਦੇਖੋ ਕਿੰਨਾ ਸਮਾਂ ਲੱਗਦਾ ਹੈ ਨਾ। ਅਤੇ ਇਹਨਾਂ ਨੇ ਇਕੱਠਾ ਕੀਤਾ। ਪਹਿਲਾਂ ਇਹੀ ਸਵਾਲ ਹੈ ਕਮਲ ਮੇਰਾ ਕਿ ਕਿੰਨਾ ਸਮਾਂ ਲੱਗਿਆ ਤੁਹਾਨੂੰ ਇਹ ਸਾਰਾ ਕੁਝ, ਇੰਨਾ ਵੱਡਾ ਅਨਮੋਲ ਖਜ਼ਾਨਾ ਜਿਹੜਾ ਉਹ ਤਿਆਰ ਕਰਨ ਵਾਸਤੇ? ਮੈਂ ਜੀ 16 ਸਾਲ ਤੋਂ ਇਕੱਠੇ ਕਰ ਰਿਹਾ, ਅਤੇ ਮੈਂ ਸਭ ਤੋਂ ਪਹਿਲਾਂ ਦੱਸ ਦੇਣਾ ਚਾਹੁੰਦਾ ਕਿ ਮੈਨੂੰ ਇਹ ਸ਼ੌਂਕ ਕਿਵੇਂ ਪਿਆ।
ਤੇ ਇੱਕ ਵਾਰ ਨਾ ਅਸੀਂ ਪੇਟੀ ਦੀ 16 ਸਾਲ ਹੋ ਗਏ ਤੁਹਾਨੂੰ ਇਹ ਕੰਮ 'ਚ ਲੱਗੇ ਹੋਏ ਨੇ? ਹਾਂਜੀ ਮੈਂ 16 ਸਾਲ ਤੋਂ ਇਕੱਠੇ ਕਰ ਰਿਹਾ। ਅੱਛਾ, ਤੇ ਸਭ ਤੋਂ ਪਹਿਲਾਂ ਜਾਣੀ ਸ਼ੌਕ, ਹਾਂ ਮੈਂ ਉਹੀ ਪੁੱਛਣਾ ਚਾਹੁੰਦਾ ਵੀ ਤੁਹਾਡਾ ਇਹ ਜਨੂਨ ਜਿਹੜਾ ਹੈ, ਹੁਣ ਤਾਂ ਜਨੂਨ ਹੀ ਬਣ ਗਿਆ ਪੂਰਾ, ਖਜ਼ਾਨਾ ਜਿਹੜਾ ਤੁਸੀਂ ਸਾਂਭ ਰੱਖਿਆ ਇੱਥੇ, ਅਜਾਇਬ ਘਰ ਬਣਾ ਰੱਖਿਆ ਇੱਕ ਤਰ੍ਹਾਂ ਨਾਲ ਆਪਣੇ ਘਰ ਦੇ ਵਿੱਚ, ਤੇ ਤੁਹਾਡਾ ਜਨੂਨ ਸ਼ੁਰੂ ਕਿਵੇਂ ਹੋਇਆ ਆਖਿਰ? ਇੱਕ ਵਾਰ ਨਾ ਜੀ ਅਸੀਂ ਪੇਟੀ ਦੀ ਸਫਾਈ ਕਰ ਰਹੇ ਸੀਗੇ ਸਾਰੀ ਫੈਮਿਲੀ, ਤੇ ਮੈਂ ਉਦੋਂ 14 ਕੁ ਸਾਲ ਦਾ ਸੀਗਾ, ਤੇ ਉੱਥੋਂ ਨਾ ਮੈਨੂੰ ਕੁਛ ਕੁ ਸਿੱਕੇ ਮਿਲੇ, 5-7 ਸਿੱਕੇ ਸੀ ਤੇ ਇੱਕ ਨੋਟ ਸੀ ਬਾਹਰ ਦਾ। ਤੇ ਮੈਂ ਸਿੱਕੇ ਬਾਰੇ ਡੈਡੀ ਨੂੰ ਪੁੱਛਿਆ ਵੀ ਸਿੱਕਿਆਂ ਬਾਰੇ ਤੇ ਨੋਟਾਂ ਬਾਰੇ, ਡੈਡੀ ਨੂੰ ਪੁੱਛਿਆ ਵੀ ਕੀ ਚੀਜ਼ ਹੈ, ਤੇ ਡੈਡੀ ਕਹਿੰਦੇ ਵੀ ਨੋਟ ਆ ਬਾਹਰ ਦਾ। ਮੈਂ ਕਿਹਾ ਆਪਣੇ ਕਿੱਥੋਂ ਆਇਆ? ਕਹਿੰਦੇ ਵੀ ਆਪਣੇ ਨਰੂਆਣੇ ਤੋਂ ਇੱਕ ਸੀਗਾ ਕੋਈ, ਕਿਉਂਕਿ ਡੈਡੀ ਬੈਂਕ ਦੇ ਵਿੱਚ ਹੋਣ ਕਰਕੇ ਨਾ ਕਿਸੇ ਨੇ ਫੜਾਇਆ ਸੀ, ਵੀ ਕਹਿੰਦੇ ਐਕਸਚੇਂਜ ਕਰਵਾ ਦਿਓ, ਤੇ ਐਕਸਚੇਂਜ ਨਾ ਹੋਣ ਕਰਕੇ ਡੈਡੀ ਕਹਿੰਦੇ ਆਪਾਂ ਰੱਖਤਾ ਇੱਥੇ, ਵੀ ਉਹ ਨਹੀਂ ਬਦਲ ਸਕਿਆ, ਆਪਾਂ ਉੱਥੇ ਨੋਟ ਚੋਂ ਬੰਦ ਹੋ ਗਈ ਸੀ ਕਰੰਸੀ। ਤੇ ਫਿਰ ਜਦੋਂ ਨੋਟ ਮੈਨੂੰ ਚੰਗਾ ਲੱਗਿਆ ਮੈਂ ਰੱਖ ਲਿਆ, ਮੈਂ ਚਲੋ ਵਧੀਆ। ਤੇ ਡੈਡ ਬਤੌਰ ਕੈਸ਼ੀਅਰ ਹੁਣ ਤਾਂ ਰਿਟਾਇਰ ਹੋ ਗਏ, ਤੇ ਉਦੋਂ ਉਹਨਾਂ ਦੀ ਡਿਊਟੀ ਹੁੰਦੀ ਸੀ ਤਿੰਨਕੋਣੀ ਵਾਲੇ ਪਟਿਆਲਾ ਬੈਂਕ 'ਚ। ਤੇ ਫਿਰ ਇੱਕ ਵਾਰੀ ਉਸ ਤੋਂ ਅਗਲੇ ਦਿਨ ਹੀ ਡੈਡੀ ਕੋਲ ਨਾ ਇੱਕ ਪੰਡਤ ਆਇਆ ਉੱਥੇ ਬੈਂਕ ਦੇ ਵਿੱਚ, ਤੇ ਉਹ ਕੋਈ ਗੱਲ ਕਰਨ ਲੱਗੇ ਵੀ ਕਹਿੰਦੇ ਕੋਈ ਨੋਟ ਹੁੰਦੇ ਸਾਨੂੰ ਦੱਸ ਦਿਆ ਕਰੋ, ਦੇ ਦਿਆ ਕਰੋ, ਮੇਰਾ ਸ਼ੌਂਕ ਹੈਗਾ। ਤੇ ਡੈਡੀ ਕਹਿੰਦੇ ਵੀ ਇੱਕ ਸਾਡੇ ਕੋਲ ਵੀ ਹੈਗਾ ਐਂ ਕਰਕੇ ਨੋਟ ਮੇਰੇ ਮੁੰਡੇ ਕੋਲੇ, ਤੇ ਵੀ ਉਹ ਪੰਡਤ ਕਹਿੰਦਾ ਵੀ ਮੈਨੂੰ ਦੇ ਦਿਓ, ਤੁਹਾਡਾ ਤਾਂ ਕੰਮ ਦਾ ਨਹੀਂਗਾ। ਤੇ ਡੈਡੀ ਨੇ ਮੈਨੂੰ ਫੋਨ ਕੀਤਾ, ਕਹਿੰਦੇ ਵੀ ਉਹ ਆਪਣੇ ਕੰਮ ਦਾ ਨਹੀਂ, ਆਪਾਂ ਦੇਣਾਗਾ। ਤੇ ਮੈਂ ਕਿਹਾ ਵੀ ਮੈਂ ਦੇ ਨਹੀਂ ਸਕਦਾ, ਮੈਨੂੰ ਚਾਹੀਦਾ, ਮੈਨੂੰ ਚੰਗਾ ਲੱਗਿਆ। ਤੇ ਕਹਿੰਦੇ ਆਪਾਂ ਹੀ ਕਰਨਾ, ਮੈਨੂੰ ਬੋਲਣ ਲੱਗੇ ਫੋਨ ਤੇ। ਤੇ ਹੁਣ ਮੈਂ ਕਰਦਾ ਵੀ ਕਿ ਮੈਨੂੰ ਦੇਣਾ ਪੈਣਾ ਸੀਗਾ। ਇੱਕ ਨੋਟ ਤੇ ਸੀ ਫਸ ਗਈ? ਇੱਕ ਨੋਟ ਸੀ ਇੱਕ ਮੇਰੇ ਕੋਲੇ, ਸ਼ੁਰੂਆਤ ਸੀਗੀ ਮੇਰੀ ਉਦੋਂ, ਤੇ ਮੈਨੂੰ ਨੌਲੇਜ ਵੀ ਨਹੀਂ ਸੀਗੀ, ਤੇ ਸ਼ੁਰੂ ਕਰਨਾ ਸੀ ਤੁਸੀਂ, ਤੇ ਨੋਟ ਸੀਗਾ ਵੀ ਸੋਹਣਾ। ਤੇ ਮੈਂ ਕਿਹਾ ਮੈਂ ਨਹੀਂ ਦੇ ਸਕਦਾ ਨੋਟ। ਕਹਿੰਦੇ ਵੀ ਦੇਣਾ ਆਪਾਂ ਕਰਨਾ ਕੀ ਆ, ਤੇ ਕਹਿੰਦੇ ਕੱਲ੍ਹ ਮੈਂ ਲੈ ਕੇ ਜਾਣਾ, ਕੱਢ ਕੇ ਰੱਖੀ। ਕਰਦੇ ਵੀ ਕਿ ਉਦੋਂ ਮੇਰੇ ਕੋਲ ਸਾਈਕਲ ਹੁੰਦਾ ਸੀਗਾ, ਗਰਮੀ ਉਦੋਂ ਛੋਟਾ ਸੀਗਾ, ਠੀਕ ਹੈ, ਗਰਮੀ ਸੀਗੀ, ਤੇ ਮੈਂ ਸਾਈਕਲ ਚੱਕਿਆ, ਤੇ ਉਹ ਮਾਰਕੀਟ 'ਚੋਂ ਖਾਲਸਾ ਸਕੂਲ ਦੇ ਨਾਲ ਇੱਕ ਦੁਕਾਨ ਹੈਗੀ, ਉੱਥੋਂ ਮੈਂ ਫੁੱਟਸਟ ਕਰਵਾ ਕੇ ਲੈ ਕੇ ਆਇਆ ਨੋਟ, ਤੇ ਉਹ ਹਾਲ ਤੱਕ ਵੀ ਮੇਰੇ ਕੋਲੇ ਨੋਟ ਆ, ਦੇਖੋ। ਤੇ ਅੱਛਾ, ਨੋਟ ਤਾਂ ਉਹ ਲੈ ਗਏ ਮੇਰੇ ਕੋਲੋਂ, ਹਾਂ, ਤੇ ਮੇਰੇ ਕੋਲ ਸਿਰਫ ਫੋਟੋ ਕਾਪੀ ਰਹਿ ਗਈ। ਤੇ ਹੁਣ ਫੋਟੋ ਸਟੇਟ ਉਸੇ ਨੋਟ ਦੀ ਹੈ? ਫੋਟੋ ਸਟੇਟ ਹੀ ਹਾਲ ਤੱਕ ਵੀ। ਓਕੇ, ਹਾਂ। ਉਹਦੇ ਬਦਲੇ ਕੀ ਕੀਤਾ ਉਹਨਾਂ ਨੇ, ਮੈਨੂੰ ਝੂਠ ਬੋਲ ਕੇ, ਦੂਜਾ ਪਾਸਾ, ਹਾਂ, ਉਦੋਂ ਮੈਨੂੰ ਨੋਟ ਦੀ ਨੌਲੇਜ ਵੀ ਨਹੀਂ ਸੀਗੀ ਇਸ 'ਤੇ, ਹਾਂ, ਤੇ ਉਹਨਾਂ ਨੇ ਮੈਨੂੰ ਝੂਠ ਬੋਲਿਆ ਵੀ ਕਹਿੰਦੇ ਤੈਨੂੰ ਨਾ ਕੁਛ ਸਿੱਕੇ ਦੇ ਦੂੰਗਾ ਮੈਂ, ਡੈਡੀ ਹੱਥ ਭੇਜ ਦੂੰਗਾ ਬਾਹਰਲੇ। ਤੇ ਮੈਂ ਵੀ ਛੋਟਾ ਸੀਗਾ, ਮੈਂ ਗੱਲਾਂ 'ਚ ਆ ਗਿਆ, ਮੈਂ ਚਲੋ ਠੀਕ ਹੈ ਵੀ ਸਿੱਕੇ ਮਿਲ ਜਾਣਗੇ, ਨੋਟ ਮੇਰੇ ਕੰਮ ਦਾ ਨਹੀਂਗਾ, ਸਿੱਕਾ ਸੋਹਣੇ ਵੀ ਹੁੰਦਾ ਦੇਖਣ ਦੇ ਵਿੱਚ, ਨੋਟ ਤਾਂ ਵੈਸੇ ਵੀ ਗਿਆ, ਨੋਟ ਤਾਂ ਗਿਆ ਹੀ, ਮੈਂ ਚਲੋ ਕੋਈ ਸਿੱਕੇ ਤਾਂ ਮਿਲ ਜਾਣਗੇ। ਤੇ ਉਹ ਮੁझसे ਇੱਕ ਛੋਟਾ ਨਗ ਦੇ ਗਏ ਸੀ ਕੋਈ, ਤੇ ਕੁਛ ਮਤਲਬ ਕਿ ਝੂਠੀ ਆਸ ਦੇ ਗਏ ਸੀਗੇ ਵੀ ਸਿੱਕੇ ਲੈ ਕੇ ਆਵਾਂਗੇ ਅਸੀਂ ਕਰਕੇ ਦੂਜਾ ਕੰਮ ਜੋ ਸੀ। ਹਾਂਜੀ, ਤੇ ਫਿਰ ਮੈਂ ਦੇਤਾ ਸੀਗਾ ਨੋਟ। ਉਸ ਤੋਂ ਬਾਅਦ ਮੈਨੂੰ ਪੰਡਤ ਜੀ ਮਿਲੇ ਨਹੀਂ ਉਹ, ਤੇ ਸ਼ਕਲ ਮੈਨੂੰ ਯਾਦ, ਮੈਂ ਹਲਦਾ ਕੋਈ ਲੱਭ ਰਿਹਾ ਉਹਨਾਂ ਨੂੰ। ਅੱਛਾ, ਲੱਭ ਮੈਂ ਨੋਟ ਕਿਹੜਾ ਹੈ, ਕਿੱਥੋਂ ਦਾ ਇਹ? ਕਤਰ ਦਾ ਜੀ। ਕਤਰ, ਹਾਂਜੀ। ਓਕੇ, ਤੇ ਇਹ ਹਾਲੇ ਤੱਕ ਮੈਂ ਸਾਂਭ ਰੱਖਿਆ, ਕਿਉਂਕਿ ਇਸੇ ਤੋਂ ਹੀ ਸ਼ੁਰੂਆਤ ਹੋਈ ਸੀ, ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਮਿਲ ਕੇ, ਜਿਹੜੇ ਇੱਕ ਨੋਟ ਲੈ ਗਏ, ਤੇ ਉਸ ਕਰਕੇ ਮੇਰੇ ਕੋਲ ਐਡਾ ਵੱਡਾ ਖਜ਼ਾਨਾ ਹੋ ਗਿਆ। ਅੱਛਾ, ਇਹ ਨੋਟ ਤੋਂ ਬਾਅਦ ਜਾਣੀ ਆ ਸਾਰਾ ਖਜ਼ਾਨਾ ਬਣਿਆ, ਸੋ ਸਾਰਾ ਕ੍ਰੈਡਿਟ ਇਸ ਨੋਟ ਨੂੰ ਜਾਂਦਾ। ਹਾਂਜੀ, ਜੇ ਨਾ ਹੁੰਦਾ ਦੇਖੋ ਉਹ ਨਾ ਲੈ ਕੇ ਜਾਂਦੇ ਤਾਂ ਫਿਰ ਮੇਰਾ ਸ਼ੌਂਕ ਵਧਣਾ ਨਹੀਂ ਸੀ। ਮੈਨੂੰ ਐਸੀ ਵੀ ਲੈ ਕੇ ਗਏ, ਮਤਲਬ ਮੈਂ ਕਾਫੀ ਦਿਨ ਤੋਂ ਉਦਾਸ ਰਿਹਾ, ਪੈਂ ਕਿ ਮੈਂ ਲੈ ਗਏ, ਝੂਠ ਬੋਲ ਕੇ ਲੈ ਗਏ, ਮੈਂ ਘਰੇ ਵੀ ਬੋਲ ਪਿਆ ਸੀਗਾ, ਰੁੱਸ ਗਿਆ ਸੀਗਾ, ਖਾਣਾ ਨਹੀਂ ਖਾਧਾ ਸੀਗਾ। ਤੇ ਫਿਰ ਕਹਿੰਦੇ ਵੀ ਚਲੋ ਹੋਰ ਲਿਆ ਦਾਂਗੇ, ਮੈਂ ਕਿਹਾ ਨਹੀਂ, ਵੀ ਝੂਠ ਬੋਲ ਕੇ ਲੈ ਗਏ, ਮੈਨੂੰ ਉਹੀ ਲੈ ਕੇ ਦਿਓ ਜਿੱਥੋਂ ਮਰਜ਼ੀ ਲੱਭ ਕੇ ਲੈ ਕੇ ਆਓ। ਫਿਰ ਪਾਪਾ ਨੇ ਵੀ ਮਦਦ ਕੀਤੀ ਹੋਰ ਨੋਟ ਦੇਣ 'ਚ? ਉਸ ਤੋਂ ਬਾਅਦ ਫਿਰ ਡੈਡੀ ਨੇ ਵੀ ਕਾਫੀ ਹੈਲਪ ਕੀਤੀ ਮੇਰੀ, ਕਿਉਂਕਿ ਡੈਡੀ ਭਰਾ ਨਾ ਬੈਂਕ ਦੇ ਵਿੱਚ ਹੋਣ ਕਰਕੇ ਕੈਸ਼ੀਅਰ ਸੀਗੇ, ਤੇ ਮੈਂ ਬੈਂਕ ਚਲੇ ਜਾਂਦਾ ਸੀਗਾ, ਉੱਥੇ ਕੈਸ਼ ਰੋਲਦੇ ਰਹਿੰਦੇ ਸੀਗੇ, 786 ਵਾਲੇ ਜਾਂ ਫੈਂਸੀ ਨੰਬਰਸ ਮੈਂ ਕਾਫੀ ਲੱਭੇ ਹੈਗੇ। ਬਾਕੀ ਮੇਰੇ ਤਾਇਆ ਜੀ ਸਤਪਾਲ ਵਧਵਾ, ਉਹ ਵੀ ਯੂਕੋ ਬੈਂਕ 'ਚ ਸੀਗੇ ਕੈਸ਼ੀਅਰ, ਉਹਨਾਂ ਨੇ ਮੇਰੀ ਕਾਫੀ ਹੈਲਪ ਕੀਤੀ ਹੈਗੀ, ਤੇ ਇਸ ਕਰਕੇ ਮੇਰੇ ਕੋਲ 786 ਵਾਲੇ ਅਣਗਿਣਤ ਨੋਟ ਹੈਗੇ। ਤੇ 786 ਜੇ ਉਹ ਪੰਡਿਤ ਜੀ ਸਾਡਾ ਪ੍ਰੋਗਰਾਮ ਦੇਖਦੇ ਹੋਣ ਤਾਂ ਉਹਨਾਂ ਨੂੰ ਅਪੀਲ ਕਰੋਗੇ ਕੋਈ ਜਿਹੜਾ ਤੁਹਾਡਾ ਨੋਟ ਲੈ ਕੇ ਗਏ ਹੋਏ ਨੇ? ਸ਼ਾਇਦ ਹੋ ਸਕਦਾ ਮੈਨੂੰ ਨਾ ਪਛਾਣਨ, ਕਿਉਂਕਿ ਮੈਨੂੰ ਹਾਲੇ ਤੱਕ ਉਹਨਾਂ ਦੇ ਫੇਸ ਹੋ ਸਕਦਾ ਉਹਨੂੰ ਵੀ ਯਾਦ ਹੋਏ ਕੋਈ ਨੋਟ। ਹਾਂਜੀ, ਉਹਨੂੰ ਕੋਈ ਅਪੀਲ ਕਰੋ? ਮੈਂ ਤਾਂ ਧੰਨਵਾਦ ਹੀ ਕਰਨਾ ਚਾਹੁੰਦਾ ਜੀ, ਕਿਉਂਕਿ ਉਹਨਾਂ ਦੇ ਬਦੌਲਤ ਜੋ ਨਾਲ ਲੈ ਕੇ ਆਉਂਦੇ, ਤੇ ਮੇਰੀ ਚਾਹ ਵਧਣੀ ਨਹੀਂ ਸੀਗੀ, ਤੇ ਮੇਰੀ ਲਾਲਸਾ ਵਧੀ, ਤੇ ਮੈਨੂੰ ਲੱਗਿਆ ਵੀ ਮੈਂ ਉਹਨੂੰ ਹੋਰ ਇਕੱਠੇ ਕਰਨੇ ਚਾਹੀਦੇ, ਲੈ ਕੇ ਚਲੋ ਉਹਦੇ ਕਰਕੇ ਨਾ ਫਿਰ ਮੈਂ ਹੋਰ ਲੱਭਣੇ ਸ਼ੁਰੂ ਕਰਤੇ। ਤੇ ਫਿਰ ਜਦੋਂ ਮੇਰੇ ਕੋਈ ਰਿਸ਼ਤੇਦਾਰ ਆਏ ਕਰਨ, ਦੋਸਤ ਆਏ ਕਰਨ, ਤੇ ਮੈਂ ਸਾਰਿਆਂ ਨੂੰ ਪੁੱਛਿਆ ਕਰ, ਰਿਸ਼ਤੇਦਾਰਾਂ ਨੂੰ ਪੁੱਛਣ ਲੱਗ ਗਿਆ ਸੀਗਾ, ਹਰ ਇੱਕ ਨੂੰ ਪੁੱਛਿਆ ਕਰ, ਇੰਨਾ ਜਨੂਨ ਸਿਰ 'ਤੇ ਹੋ ਗਿਆ ਸੀ ਮੇਰੇ, ਮੈਂ ਇਕੱਠੇ ਕਰਨੇ ਆ, ਬਹੁਤ ਸਾਰੇ ਇਕੱਠੇ ਕਰਨੇ, ਕਿਉਂਕਿ ਸੋਹਣੇ ਲੱਗਦੇ ਸੀ ਮੈਨੂੰ ਉਦੋਂ। ਤੇ ਮੈਂ ਪੁੱਛਿਆ ਕਰਾਂ, ਮੇਰੇ ਘਰ ਦੇ ਮੈਨੂੰ ਬੋਲਦੇ ਸੀ, ਕਹਿੰਦੇ ਵੀ ਕਿਉਂ ਜਲੂਸ ਕਢਾਇਆ ਹੋਇਆ, ਤੂੰ ਟਿਕ ਜਾ, ਕਿਉਂ ਪੈਸੇ ਲਾ ਰਿਹਾ, ਤੇ ਕਿਉਂ ਲੋਕਾਂ ਦੀ ਮਿੰਨਤਾਂ ਕਰਦਾ ਫਿਰਦਾ। ਕਮਲ ਤੇ ਕਿੰਨਾ ਪੈਸਾ ਖਰਚਾ ਆਇਆ ਤੇਰਾ? ਨਹੀਂ ਪਹਿਲਾਂ ਤਾਂ ਇਹ ਦੱਸੋ, ਇਹ ਕਿੰਨੇ ਦੇਸ਼ਾਂ ਦੀ ਕਰੰਸੀ ਹੈ? ਮੇਰੇ ਕੋਲ 235 ਦੇਸ਼ਾਂ ਦੇ ਨੋਟ ਹੈ ਜੀ, ਤੇ ਉਸ ਤੋਂ ਇਲਾਵਾ 235 ਦੇਸ਼ਾਂ ਦੀ ਕਰੰਸੀ ਨੋਟ ਹੈ, ਤੇ ਉਸ ਤੋਂ ਇਲਾਵਾ ਸਿੱਕੇ ਵੀ ਬਾਹਰਲੇ ਤੇ ਪੁਰਾਣੇ ਕਾਫੀ, ਇੰਡੀਅਨ ਕਰੰਸੀ ਵੀ ਕਾਫੀ ਆਪਣੇ ਕੋਲ ਪੁਰਾਣੀ। ਅੱਛਾ, ਇਹ ਤੇ ਖਰਚ ਕਿੰਨਾ ਕੁ ਆ ਗਿਆ ਤੁਹਾਡਾ? ਇਹ ਤੇ 8 ਲੱਖ ਰੁਪਏ ਲੱਗਿਆ ਜੀ। 8 ਲੱਖ ਰੁਪਇਆ ਹੁਣ ਤੱਕ ਖਰਚ ਆ ਗਿਆ? ਹਾਂਜੀ, ਕਿਉਂਕਿ ਐ ਨਾ ਆਪਾਂ ਨੂੰ ਬਾਈ ਕਰਨੇ ਪੈਂਦੇ ਹੈਗੇ, ਤੇ ਫ੍ਰੀ ਤਾਂ ਕੁਛ ਨਹੀਂ ਮਿਲਦਾ, ਤੇ ਜਿਹੜੀ ਚੀਜ਼ ਰੇਅਰ ਹੁੰਦੀ ਹੈ ਬੰਦ ਹੋ ਜਾਂਦੀ, ਆਪਾਂ ਨੂੰ ਮਹਿੰਗੀ ਲੈਣੀ ਪੈਂਦੀ ਹੈ।
ਜਿੱਦਾਂ ਹੁਣ ਆ ਜ਼ਿੰਬਾਬਵੇ ਦੇ ਨੋਟ ਨੇ ਇਹ ਤੁਹਾਨੂੰ ਮਹਿੰਗੇ ਮਿਲੇ ਹੋਣਗੇ ਤਾਂ ਫਿਰ ਬੰਦ ਹੋ ਗਏ ਕਰਨ ਨਹੀਂ ਇਹ ਦੇਖੋ ਇਹ ਬੰਦ ਹੋ ਚੁੱਕਿਆ ਤੇ ਇਹ ਪਹਿਲਾਂ ਬੰਦ ਹੋਣ ਤੋਂ ਪਹਿਲਾਂ ਆ ਗਏ ਸੀ। ਨਹੀਂ ਇਹ ਜ਼ਿਆਦਾ ਮਹਿੰਗੇ ਨਹੀਂ ਮਿਲੇ ਮੈਨੂੰ ਆਪਣੇ ਬਠਿੰਡਾ ਤੋਂ ਹਰੀਚੰਦ ਜੀ ਹੈਗੇ ਆਪਣੇ ਮਿੱਤਰ ਤੇ ਉਹਨਾਂ ਤੋਂ ਮਿਲੇ ਸੀਗੇ। ਇਹ ਵੈਸੇ ਤਾਂ ਸਭ ਤੋਂ ਸਸਤੇ ਨੋਟ ਹੀ ਨੇ। ਹਾਂਜੀ ਇਦਾਂ ਹੀ ਕਰਕੇ ਇਹਨਾਂ ਦੇ ਬਸ ਫਿਗਰਸ ਜ਼ਿਆਦਾ ਹੁੰਦੇ ਹੈਗੇ ਤੇ ਹੈ ਕੁਝ ਵੀ ਨਹੀਂ ਵੈਲਿਊ ਘੱਟ ਹੁੰਦੇ ਇਹਨਾਂ ਦੇ ਦੇਖਣ ਅਮਰੀਕਨ ਦੇਸ਼ਾਂ ਦੇ ਹੋਰ ਵੀ ਬਹੁਤ ਸਾਰੇ ਪਏ ਨੇ ਹਨਾ, ਉਹ ਵੀ ਇਸੇ ਤਰ੍ਹਾਂ ਜ਼ਿਆਦਾਤਰ ਸਸਤੇ ਹੀ ਹੋਣਗੇ ਤਾਂ। ਆਲਮੋਸਟ ਮਤਲਬ ਕਿ ਕੰਟਰੀਜ਼ ਡਾਊਨ ਹੀ ਆਪਣੇ ਨਾਲੋਂ ਹਾਂ। ਤੇ ਜਿਹੜੇ ਨੋਟ ਬੰਦ ਹੋ ਜਾਂਦੇ ਉਹ ਸਾਡੇ ਵਾਸਤੇ ਚੰਗੇ ਹੁੰਦੇ ਆ ਕਲੈਕਟਰਸ ਵਾਸਤੇ। ਅੱਛਾ, ਜਿਹੜੇ ਚੀਜ਼ ਰੇਅਰ ਹੁੰਦੇ ਉਹ ਅਸੀਂ ਰੱਖਦੇ ਹਾਂ ਕਿਉਂਕਿ ਉਹ ਜਿਹੜੇ ਬੰਦ ਹੋਣ ਵਾਲੇ ਨੋਟ ਨੇ ਜੇ ਤਾਂ ਉਹ ਤੁਰੰਤ ਹੀ ਲੈ ਲਏ ਤਾਂ ਬੜੇ ਸਸਤੇ ਮਿਲ ਜਾਂਦੇ ਨੇ, ਜੇ ਜਿੰਨਾ ਲੇਟ ਲਵਾਂਗੇ ਤਾਂ ਉਹਨੇ ਮਹਿੰਗੇ ਮਿਲਦੇ। ਬਾਅਦ 'ਚ ਉਹ ਕੋਸਟਲੀ ਹੋ ਜਾਂਦੇ ਕਿਉਂਕਿ ਜਿਵੇਂ ਆਪਣੀ ਨੋਟਬੰਦੀ ਦੀ ਗੱਲ ਲਾ ਲਓ ਹੁਣ ਆਪਣੇ ਕੋਲੇ ਜਿਹੜੇ ਆਪਣੇ 1500 ਵਾਲੇ ਮੇਰੇ ਕੋਲ 786 ਨੰਬਰ ਵਾਲੇ ਕਾਫੀ ਨੋਟ ਸੀ 1.5 ਲੱਖ ਦੇ ਕਰੀਬ ਮੈਨੂੰ ਐਕਸਚੇਂਜ ਕਰਵਾਉਣਾ ਪਿਆ ਨੋਟਬੰਦੀ 'ਚ। ਅੱਛਾ, ਤੇ ਮੇਰਾ ਦਿਲ ਤਾਂ ਨਹੀਂ ਕਰਦਾ ਸੀਗਾ ਕਰਵਾਉਣ ਨੂੰ ਤੋਂ ਮੇਰੀ ਮਜਬੂਰੀ ਸੀਗੀ ਨਹੀਂ ਤਾਂ ਵੇਸਟ ਹੋ ਜਾਂਦੇ ਸਾਰਾ ਪੈਸਾ। ਅੱਛਾ ਇੱਕ ਹੋਰ ਚੀਜ਼ ਤੁਸੀਂ ਜਿੱਦਾਂ ਨਾ ਮੈਂ ਥੋੜ੍ਹਾ ਜਿਹਾ ਮੇਰੇ ਸਹਿਯੋਗੀ ਨੂੰ ਕਹੂੰਗਾ ਪਿੱਛੇ ਆ ਇੰਡੀਅਨ ਕਰੰਸੀ ਦੇ ਨੋਟ ਪਏ ਨੇ 50 ਦੇ ਪਏ ਨੇ ਤੇ ਆ 100 ਦੇ ਪਏ ਨੇ 786 ਵਾਲੇ ਸਾਰੇ ਹਨਾ 786 ਸੀਰੀਜ਼ ਤੇ ਆ ਦੇਖੋ ਇੱਧਰ ਵੀ ਪਏ ਨੇ। ਇਹ ਕੀ ਚੱਕਰ ਹੈ ਇਹ 786 ਵਾਲਾ ਕੀ ਚੱਕਰ ਹੈ? ਇਹ ਸਾਰੇ 786 ਵਾਲੇ ਇਕੱਠੇ ਕਰਦੇ? ਨਹੀਂ ਜੀ ਦੇਖੋ 786 ਦੇ ਨਾ ਨੋਟ ਤਾਂ ਮੇਰੇ ਕੋਲ ਕਾਫੀ ਹੈ ਇਸ ਤੋਂ ਇਲਾਵਾ ਮੇਰੇ ਕੋਲ ਡਾਕੂਮੈਂਟਸ ਵੀ ਕਾਫੀ ਹੈ ਜਿਵੇਂ 786 ਨੰਬਰ ਦਾ ਇੱਕ ATM ਕਾਰਡ ਵੀ ਪਿਆ ਮੇਰੇ ਕੋਲੇ ਤੇ ਹੋਰ ਵੀ ਕਾਫੀ ਬਿੱਲ ਪਏ ਹੈਗੇ ਕਾਫੀ ਜਿਵੇਂ 786 ਤੁਸੀਂ ਆ ਦੇਖੋ 786 ਵਾਲੀਆਂ ਆ ਡਾਕ ਟਿਕਟਾਂ ਸੌਰੀ ਪਾਰਕਿੰਗ ਟਿਕਟਾਂ ਵੀ ਤੁਸੀਂ ਸਾਰੀਆਂ 786 ਵਾਲੀਆਂ ਇਹ ਕਿਵੇਂ ਦੇਖਦੇ ਤੁਸੀਂ ਪਾਰਕਿੰਗ ਟਿਕਟਾਂ ਕਿਵੇਂ ਲੈਂਦੇ ਸੀ? ਇਹ ਜਦੋਂ ਮੈਂ ਚੰਡੀਗੜ੍ਹ ਫੈਸ਼ਨ ਡਿਜ਼ਾਈਨ ਦੀ ਸਟੱਡੀ ਕਰਦਾ ਸੀ ਉਦੋਂ ਨਾ ਫਿਰ ਮਤਲਬ ਕਿ ਪਾਰਕਿੰਗ ਵਿੱਚ ਵਹੀਕਲ ਕਈ ਵਾਰ ਖੜਾਉਣਾ ਹੁੰਦਾ ਸੀ ਨਹੀਂ ਵੀ ਖੜਾਉਣਾ ਹੁੰਦਾ ਸੀਗਾ ਤੇ ਮੈਂ ਨਾ ਪਾਰਕਿੰਗ ਵਾਲੇ ਕੋਲ ਜਾ ਕੇ ਉਹਨੂੰ ਕਹਿੰਦਾ 786 ਨੰਬਰ ਵਾਲੀ ਟਿਕਟ ਪਹਿਲਾਂ ਐਡਵਾਂਸ ਰੱਖਦੀ ਮੈਂ ਐਡਵਾਂਸ ਰੱਖਣੇ ਹੁੰਦੇ ਸੀ ਉਹ ਦਿੰਦੇ ਤਾਂ ਫਿਰ ਵੀ ਨਹੀਂ ਸੀਗੇ ਤੇ ਮੈਂ ਵਹੀਕਲ ਵੀ ਨਹੀਂ ਖੜਾਉਣਾ ਹੁੰਦਾ ਸੀਗਾ ਫਿਰ ਵੀ ਉਹਨਾਂ ਤੋਂ ਦੁੱਗਣੇ ਰੇਟ ਤੇ ਲੈ ਲੈਂਦਾ ਸੀਗਾ ਵੀ ਮੈਨੂੰ ਚਾਹੀਦੀ ਹੈ ਮੈਨੂੰ ਕੱਢ ਕੇ ਦਿਓ ਉਹ ਕਹਿੰਦੇ ਸੀ ਨਹੀਂ ਦਿੰਦੇ। ਅੱਛਾ, ਮੈਂ ਵੱਧ ਪੈਸੇ ਦੇ ਕੇ ਲੈ ਆਉਂਦਾ ਸੀਗਾ। ਓਕੇ ਇਹ ਪਾਰਕਿੰਗ ਵਾਲੀਆਂ ਟਿਕਟਾਂ ਨੇ ਜਿਹੜੀਆਂ ਆਮ ਕਰਕੇ ਆ ਦੇਖੋ ਚੰਡੀਗੜ੍ਹ ਸੈਕਟਰ 8 ਜ਼ੋਨ 2 ਹੈ ਸਕੂਟਰ ਪਾਰਕਿੰਗ ਚੰਡੀਗੜ੍ਹ ਦੀਆਂ ਹੀ ਨੇ ਸਾਰੀਆਂ ਹਨਾ। ਜੋ ਮਿੱਤਲ ਮੋਲ ਦੀ ਤੇ ਮਿੱਤਲ ਮੋਲ ਦੀਆਂ ਅਜੇ ਵੀ ਇਕੱਠੀਆਂ ਕਰੀ ਜਾਂਦੇ ਹਾਂ। ਹਾਂਜੀ ਆ ਦੇਖੋ ਟ੍ਰੇਨ ਦੀ ਟਿਕਟ ਵੀ 786 ਵਾਲੀ ਤਾਂ ਟਿਕਟ ਬੰਦ ਹੀ ਹੋ ਗਈ ਵੈਸੇ। ਹਾਂ ਰੇਲਵੇ ਟਿਕਟ ਹੁਣ ਇਹ ਤਾਂ ਬੰਦ ਹੀ ਹੋ ਗਿਆ ਬਹੁਤ ਪੁਰਾਣਾ ਟਿਕਟ ਹੈ। ਅੱਛਾ ਮਤਲਬ ਕੁਝ ਵੀ ਪੁਰਾਣੀਆਂ ਚੀਜ਼ਾਂ ਸੰਭਾਲਣ ਦਾ ਸ਼ੌਕ ਰੱਖਦੇ ਨੇ ਹਾਂਜੀ ਇਸ ਤੋਂ ਇਲਾਵਾ ਹੋਰ ਵੀ ਕਾਫੀ ਆਪਣੇ ਕੋਲੇ ਆ ਕੀ ਹੈ ਇੱਧਰ ਜਦੋਂ ਆਪਾਂ ਇਹ ਤੇ ਆ ਦੇਖੋ ਇਹ ਜੀ ਇਹ ਲੈਟਰ ਕੀ ਨੇ? ਇਹ 100 ਕੁ ਸਾਲ ਪੁਰਾਣੇ ਨਾ ਆਲ ਇੰਡੀਆ ਰੇਡੀਓ ਨੂੰ ਵੱਖ-ਵੱਖ ਦੇਸ਼ਾਂ ਤੋਂ ਭੇਜੇ ਹੋਏ ਪੱਤਰ ਹੈਗੇ। ਆਲ ਇੰਡੀਆ ਰੇਡੀਓ ਦਿੱਲੀ ਨੂੰ ਵੱਖਰੇ ਕੰਟਰੀਜ਼ ਤੋਂ ਭੇਜੇ ਹੋਏ 100 ਕੁ ਸਾਲ ਦੇ ਪੁਰਾਣੇ ਆ ਤੇ ਇਹਨਾਂ ਦੇ ਸਟੈਂਪਸ ਸਭ ਕੁਝ ਸ਼ੋਅ ਮੇ ਲੱਗਿਆ ਹੋਇਆ। ਹਾਂ ਬਾਹਰਲੀ ਸਟੈਂਪਸ ਵਗੈਰਾ ਨੇ ਹਨਾ। ਇਹਨਾਂ ਤੋਂ ਇਲਾਵਾ ਜੀ ਮੇਰੇ ਕੋਲ 150 ਤੋਂ ਉੱਤੇ ਦੇਸ਼ਾਂ ਦੀ ਸਟੈਂਪਸ ਵੀ ਹੈਗੀਆਂ ਪੋਸਟ ਸਟੈਂਪਸ। ਆ ਦੇਖੋ ਅਲੱਗ-ਅਲੱਗ ਦੇਸ਼ਾਂ ਤੋਂ ਜਿਹੜੇ ਲੈਟਰ ਆਲ ਇੰਡੀਆ ਰੇਡੀਓ ਨੂੰ ਆਏ ਇਹ ਸਿਰਫ ਇਨਵੈਲਪਸ ਨੇ ਕਿ ਵਿੱਚ ਲੈਟਰ ਵੀ ਨੇ? ਇਨਵੈਲਪਸ ਅੱਛਾ ਓਕੇ। ਆ ਦੇਖੋ ਬਾਹਰ ਦੀਆਂ ਟਿਕਟਾਂ ਉਸੇ ਤਰ੍ਹਾਂ ਹੀ ਲੱਗੀਆਂ ਹੋਈਆਂ ਨੇ ਤੇ ਇੱਧਰ ਡਾਕ ਟਿਕਟਾਂ ਵੀ ਕੁਝ ਸਾਂਭਣ ਦਾ ਸ਼ੌਕ ਹੈਗਾ ਤੁਹਾਡਾ ਹਨਾ ਜਾਂ ਡਾਕ ਟਿਕਟਾਂ ਕਿੱਥੋਂ ਦੀਆਂ ਨੇ? ਇਹ ਵੀ ਜੀ 150 ਤੋਂ ਉੱਤੇ ਦੇਸ਼ਾਂ ਦੇ ਮੇਰੇ ਕੋਲ ਹੈਗੀਆਂ। ਅੱਛਾ ਇਹ ਵੱਖਰੇ ਪੈਕ ਕਰਾ ਰੱਖੇ ਹਾਂਜੀ ਠੀਕ ਹੈ ਤੇ ਕਾਫੀ ਹੈਗੇ ਮੇਰੇ ਕੋਲ ਹੋਰ ਵੀ ਅੱਧੇ ਆਪਾਂ ਫਾਈਲ ਦੇ ਵਿੱਚ ਹੀ ਆ ਤੇ ਕਾਫੀ ਨੋਟ ਆਪਾਂ ਫਾਈਲ ਚੋਂ ਕੱਢੇ ਵੀ ਨਹੀਂ ਹਾਲੇ ਕਿਉਂਕਿ ਜਗ੍ਹਾ ਦੀ ਪ੍ਰੋਬਲਮ ਸੀਗੀ ਤੇ ਫਿਲਹਾਲ ਠੀਕ ਹੈ ਜੀ ਕਾਫੀ ਹੈਗਾ ਆਪਣੇ ਕੋਲੇ ਤੇ ਇਹ ਬਸ ਐਗਜ਼ੀਬਿਸ਼ਨ ਲਗਾਇਆ ਕਰਾਂਗੇ ਆਪਾਂ ਇਹਨਾਂ ਦੀ। ਅੱਛਾ ਤੇ ਇਹ ਕਿੱਥੋਂ ਦੀ ਭੂਟਾਨ ਦੀ ਕਰੰਸੀ ਹੈ? ਇਹ ਇੰਡੋਨੇਸ਼ੀਆ ਦੀ ਇੰਡੋਨੇਸ਼ੀਆ ਸੌਰੀ ਹਾਂ ਇੰਡੋਨੇਸ਼ੀਆ ਬੈਂਕ ਇੰਡੋਨੇਸ਼ੀਆ ਇਹ ਇੰਡੋਨੇਸ਼ੀਆ ਦੀ ਕਰੰਸੀ ਹੈ। ਇਹਦੀ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜ਼ਿਆਦਾ ਵੈਲਿਊ ਨਹੀਂ ਹੈ ਇੰਡੋਨੇਸ਼ੀਆ ਦੀ ਕਰੰਸੀ ਦੀ ਤੇ ਇਹ ਪਾਕਿਸਤਾਨ ਦੀ ਕਰੰਸੀ ਹੈ ਪਾਕਿਸਤਾਨ ਦੀ ਕਰੰਸੀ ਵੀ ਭਾਰਤ ਨਾਲੋਂ ਬਹੁਤ ਡਾਊਨ ਤੇ ਇਹ ਜਿਨਾਹ ਦੀ ਤਸਵੀਰ ਜਿਹੜੀ ਹੈ ਪਾਕਿਸਤਾਨ ਦੀ ਕਰੰਸੀ ਦੇ ਉੱਪਰ ਛਪੀ ਹੋਈ ਹੈ ਤੇ ਦੋ ਹੀ ਵੱਡੇ ਨੇਤਾ ਸੀ ਮੁਸਲਿਮ ਨੇਤਾ ਜਿਨਾਹ ਸੀਗੇ ਇੱਧਰ ਮਹਾਤਮਾ ਗਾਂਧੀ ਸੀ ਤੇ ਇੱਧਰ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਚੱਲ ਰਹੀਆਂ ਨੇ ਤੇ ਉੱਧਰ ਜਿਨਾਹ ਦੀਆਂ ਤਸਵੀਰਾਂ ਚੱਲ ਰਹੀਆਂ ਨੇ। ਇਹ ਕੁਝ ਜਿਹੜੇ ਨੇ ਜਿੱਦਾਂ ਇਹ ਮੈਕਸੀਕੋ ਦੀ ਕਰੰਸੀ ਹੈ ਮੈਕਸੀਕਨ ਡਾਲਰ ਔਰ ਇਹ ਲਿਬੇਰੀਆ ਦੀ ਪੈਰੀਗੁਆ ਔਰ ਹੋਂਡੂਰਸ ਅਲੱਗ-ਅਲੱਗ ਦੇਸ਼ਾਂ ਦੀ ਕਿਊਬਾ ਦੀ ਮੈਂ ਕਹੂੰਗਾ ਇਹ ਦਿਖਾਇਆ ਜਾਵੇ ਫਿਦੇਲ ਕਾਸਟਰੋ ਤੇ ਇਹ ਇੱਧਰ ਵੀ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਨੇ
ਕਈ ਥਾਵਾਂ ਤੇ ਕਰੰਸੀ ਨੂੰ ਪੈਸੋ ਕਿਹਾ ਜਾਂਦਾ ਹੈ। ਜਿੱਦਾਂ ਪਹਿਲਾਂ ਦੱਸਿਆ, ਹਰ ਦੇਸ਼ ਦੀ ਕਰੰਸੀ ਆਪਣਾ ਆਪਣਾ ਨਾਮ ਕਰੰਸੀ ਦਾ ਹੈ। ਯੂਰਪੀਅਨ ਕੰਟਰੀ ਦੇ ਵਿੱਚ ਆਮ ਕਰਕੇ ਯੂਰੋ ਚੱਲਦਾ ਹੈ, ਪਰ ਬਹੁਤ ਸਾਰੇ ਦੇਸ਼ ਅੱਜ ਵੀ ਜਿਹੜੇ ਨੇ ਉਹ ਆਪਣੀ ਮੂਲ ਕਰੰਸੀ ਵਰਤਦੇ ਨੇ। ਹਾਲਾਂਕਿ ਇੰਗਲੈਂਡ ਦੇ ਵਿੱਚ ਇੱਕ ਵੱਡਾ ਵਿਵਾਦ ਉੱਠਿਆ ਸੀ ਕਿ ਯੂਰੋ ਕਰੰਸੀ ਪ੍ਰਚਲਿਤ ਕਰੇ ਜਾਂ ਨਾ ਕਰੇ। ਇੱਥੇ ਅਸੀਂ ਕਿਤੇ ਨਾ ਕਿਤੇ ਫਰੈਂਕ ਵੀ ਦੇਖਿਆ ਸੀ। ਅਤੇ ਫਰਾਂਸ ਦੇ ਵਿੱਚ ਜੋ ਪੁਰਾਣੀ ਕਰੰਸੀ ਸੀ ਫਰੈਂਕ ਦੀ, ਅਤੇ ਇਸ ਵੇਲੇ ਫਰਾਂਸ ਦੇ ਵਿੱਚ ਭਾਵੇਂ ਨਹੀਂ ਚੱਲਦੀ, ਪਰ ਕਈ ਹੋਰ ਦੇਸ਼ਾਂ ਦੇ ਵਿੱਚ ਜਿੱਥੇ ਫਰਾਂਸੀ ਜਿਹੜੀ ਆ ਔਰ ਜਿਹੜਾ ਉੱਥੋਂ ਦਾ ਰਾਜ ਰਿਹਾ, ਉਹਨਾਂ ਦੇਸ਼ਾਂ 'ਚ ਅਜੇ ਵੀ ਕਈ ਥਾਵਾਂ 'ਤੇ ਇਹ ਕਰੰਸੀ ਚੱਲਦੀ ਹੈ। ਅਤੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਇਕੱਠੀ ਕੀਤੀ ਕਰੰਸੀ ਦਾ 235 ਦੇਸ਼ਾਂ ਦੀ ਇਹ ਕਰੰਸੀ ਹੈ। 235 ਦੇਸ਼ਾਂ ਦੀ, ਜਿਹਦੇ ਵਿੱਚ ਭਾਰਤ ਦੀ ਕਰੰਸੀ ਵੀ ਸ਼ਾਮਲ ਹੈ। ਪੁਰਾਤਨ ਸਿੱਕੇ ਅਤੇ ਕਹਿ ਲਈਏ ਬੰਦ ਹੋਈ ਕਰੰਸੀ, ਉਹ ਸਾਰੇ ਸ਼ਾਮਲ ਨੇ। ਅਤੇ ਕਮਲ, ਤੁਹਾਡਾ ਅਗਲਾ ਜਿਹੜਾ ਹੈ ਹੁਣ ਟਾਰਗੇਟ ਕੀ ਹੈ? ਇਸ ਦੇ ਵਿੱਚ ਇੱਕ ਵੱਡਾ ਖਜ਼ਾਨਾ ਤੁਸੀਂ ਤਿਆਰ ਕਰ ਲਿਆ ਹੈ, ਹੁਣ ਅਗਲਾ ਤੁਹਾਡਾ ਨਿਸ਼ਾਨਾ ਕੀ ਆ ਆਖਿਰ ਜਨੂਨ ਦਾ? ਮੇਰਾ ਟਾਰਗੇਟ, ਮੈਂ ਵਰਲਡ ਰਿਕਾਰਡ ਬਣਾਉਣਾ ਜੀ, ਉਹਨਾਂ ਚਿਰ ਮੇਰਾ ਸ਼ੌਂਕ ਕੰਟੀਨਿਊ ਰਹੂਗਾ। ਕਰੰਸੀ ਤਾਂ ਬਦਲਦੀ ਰਹਿੰਦੀ ਹੈ, ਫਿਰ ਨਵੇਂ ਪੁਰਾਣੇ ਨਹੀਂ, ਕੋਈ ਗੱਲ ਨਹੀਂ, ਜਿਹੜੇ ਵੀ ਪੁਰਾਣੇ ਸੰਦ ਜਿਹੜੇ ਚੇਂਜ ਹੋ ਜਾਂਦੇ ਉਹ ਸਾਡੇ ਵਾਸਤੇ ਚੰਗੇ ਹੁੰਦੇ ਆ। ਅੱਛਾ, ਉਹਨਾਂ ਦੀ ਵੈਲਿਊ। ਤੇ ਸਰਚ ਮਾਰਦੇ ਰਹਿਣਾ ਗੂਗਲ ਤੇ ਕਿ ਤੁਹਾਡੇ ਤੋਂ ਅੱਗੇ ਕੌਣ ਕੌਣ ਨੇ? ਹਾਂਜੀ, ਸਭ ਦੇਖਦੇ ਰਹਿੰਦੇ ਹੈਗੇ, ਚੱਲਦਾ ਰਹਿੰਦਾ ਗਾ। ਅਤੇ ਆਪਾਂ ਵਰਲਡ ਰਿਕਾਰਡ ਬਣਾ ਕੇ ਗਿਨੀਜ਼ ਬੁੱਕ 'ਚ ਨਾਮ। ਹਾਂਜੀ। ਸੋ ਦੁਆਵਾਂ ਨੇ ਕਿ ਤੁਸੀਂ ਸਫਲ ਹੋਵੋ। ਸੋ ਇਹ ਸਨ ਕਮਲ ਵਧਵਾ, ਬਠਿੰਡਾ ਦੇ ਨੌਜਵਾਨ ਨੇ ਜੋ ਪੇਸ਼ੇ ਵਜੋਂ ਅਧਿਆਪਕ ਨੇ। ਅਤੇ ਇੱਧਰ ਇਹਨਾਂ ਦਾ ਸ਼ੌਕ ਜਿਹੜਾ ਤੁਸੀਂ ਦੇਖਿਆ ਕਿ ਇੱਕ ਅਨਮੋਲ ਖਜ਼ਾਨਾ, ਇੱਕ ਮਿਊਜ਼ੀਅਮ ਜਿਹੜਾ ਉਹ ਤਿਆਰ ਕਰ ਰੱਖਿਆ ਹੈ ਇਹਨਾਂ ਨੇ ਬਠਿੰਡਾ ਦੇ ਵਿੱਚ, ਆਪਣੇ ਘਰ ਦੇ ਵਿੱਚ ਹੀ ਇਸ ਖਜ਼ਾਨੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਔਰ ਨਿਸ਼ਾਨਾ ਉਹਨਾਂ ਨੇ ਦੱਸ ਦਿੱਤਾ ਕਿ ਮੇਰੇ ਜਨੂਨ ਦਾ ਨਿਸ਼ਾਨਾ ਜਿਹੜਾ ਉਹ ਦੁਨੀਆ ਦੇ ਵਿੱਚ ਇੱਕੋ ਇੱਕ ਅਜਿਹਾ ਇਨਸਾਨ ਬਣਨਾ ਹੈ ਜਿਸ ਦੇ ਕੋਲ ਦੁਨੀਆ ਭਰ ਦੀ ਹਰ ਕਰੰਸੀ ਦਾ ਨੋਟ ਜਿਹੜਾ ਉਹ ਮੌਜੂਦ ਹੋਏਗਾ। ਸੋ ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਰਿਪੋਰਟਾਂ ਲੈ ਕੇ ਤੁਹਾਡੇ ਨਾਲ ਬਣੇ ਰਹਾਂਗੇ। ਤੁਸੀਂ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਕੈਮਰਾਮੈਨ ਪ੍ਰਦੀਪ ਰਾਜੂ ਦੇ ਨਾਲ ਧਰਮਚੰਦਰ, ਡੇਲੀ ਪੋਸਟ ਪੰਜਾਬੀ, ਬਠਿੰਡਾ।